वाहिगुरु जी। कबीर जी गौड़ी। क्या जप क्या तप क्या व्रत पूजा, जाकै हृदय भाओ है दूजा। रे जन मन माधो स्यों लाइयै, चतुराई ना चतुर भुज पाइयै। रहाओ पर हर लोभ अर लोकां चार, पर हर काम क्रोध अहंकार। कर्म करत बधे अहमेव, मिल पाथर की करही सेव। कहो कबीर भगत कर पाया, भोले भाए मिले रघुराया। वाहिगुरु जी का खालसा, वाहिगुरु जी की फतेह। ਇਹ ਸ਼ਬਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 324 ਤੇ ਸ਼੍ਰੀ ਰਾਗ ਦੇ ਵਿੱਚ ਭਗਤ ਕਬੀਰ ਜੀ ਦੀ ਬਾਣੀ ਦੇ ਵਿੱਚੋਂ ਆਪਾਂ ਸਰਵਣ ਕੀਤਾ ਹੈ। ਗੌੜੀ ਰਾਗ ਦੇ ਵਿੱਚ ਇਹ ਸ਼ਬਦ ਹੈ। ਆਓ ਇਸ ਸ਼ਬਦ ਦੀ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ। ਰਹਾਉ ਦੇ ਬੰਦ ਵਿੱਚ ਕਬੀਰ ਜੀ ਕਹਿਣ ਲੱਗੇ, ਰੇ ਜਨ ਮਨ ਮਾਧੋ ਸਿਉ ਲਾਈਐ, ਚਤੁਰਾਈ ਨਾ ਚਤੁਰ ਭੁਜ ਪਾਈਐ। ਰਹਾਉ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ ਬੜੇ ਖੁੱਲੇ ਜਿਹੇ ਵਿਚਾਰ ਦਿੱਤੇ ਨੇ। ਸਾਹਿਬ ਕਹਿੰਦੇ, ਬਲਿਹਾਰੀ ਜਾਉ ਜੇਤੇ ਤੇਰੇ ਨਾਮ ਹੈ। ਜਿੰਨੇ ਵੀ ਤੇਰੇ ਨਾਮ ਹੈ, ਕੋਈ ਕਿਸੇ ਨਾਮ ਨਾਲ ਵੀ ਪੁਕਾਰਦਾ ਹੈ ਤਾਂ ਉਹ ਤੋਂ ਕੁਰਬਾਨ ਹੈ। ਪਰ ਉਹ ਨਾਮ ਜੇ ਤੈਨੂੰ ਸੰਬੋਧਨ ਕਰਕੇ ਉਚਾਰੇ ਜਾਣ। ਹੁਣ ਜਿੰਨੇ ਵੀ ਰੱਬੀ ਨਾਮ ਲਏ ਜਾਂਦੇ ਆ, ਜੇ ਤੇ ਉਹਨਾਂ ਦਾ ਮਕਸਦ ਉਹ ਨਾਮ ਸੰਬੋਧਨ ਜਿਹੜਾ ਲਿਆ ਜਾ ਰਿਹਾ ਹੈ, ਉਸ ਦੇ ਲਈ ਲਿਆ ਜਾਵੇ ਜਿਸ ਨੇ ਇਸ ਸੰਸਾਰ ਨੂੰ ਸੱਚਮੁੱਚ ਹੀ ਪੈਦਾ ਕੀਤਾ ਹੈ, ਜਿਹੜਾ ਇਹਦੇ ਵਿੱਚ ਰਮਿਆ ਹੋਇਆ ਹੈ, ਜਿਹੜਾ ਕਣ ਕਣ ਦੇ ਵਿੱਚ ਵਸਦਾ ਹੈ, ਜਿਹੜਾ ਨਿਜਮ ਰੂਪ ਹੋ ਕਰਕੇ, ਜਿਹੜਾ ਐਨਰਜੀ ਹੋ ਕਰਕੇ, ਜਿਹੜਾ ਪਾਵਰ ਹੋ ਕੇ, ਜਿਹੜਾ ਘਟ ਘਟ ਦੇ ਵਿੱਚ ਵਸਦਾ ਹੈ, ਤਾਂ ਫਿਰ ਸਾਰਿਆਂ ਦੇ ਲਈ ਅਸੀਂ ਬਲਿਹਾਰ ਹਾਂ। ਪਰ ਜੇ ਉਹੀ ਨਾਮ ਕਿਸੇ ਹੋਰ ਨਾਲ, ਕਿਸੇ ਦੇਵਤੇ ਨਾਲ, ਕਿਸੇ ਅਖੌਤੀ ਉਸ ਰੱਬ ਨਾਲ ਜਿਹੜਾ ਇਸ ਦੁਨੀਆ ਨੂੰ ਛੱਡ ਕੇ ਕਿਤੇ ਵੱਖ ਬੈਠਾ ਹੋਵੇ, ਤਾਂ ਫਿਰ ਉਹ ਅਸਲ ਦੇ ਵਿੱਚ ਉਹਦੇ ਤੋਂ ਕੁਰਬਾਨ ਨਹੀਂ, ਉਹ ਤੇ ਅਸਲ ਵਿੱਚ ਤੇਰੀ ਚਤੁਰਾਈ ਹੈ। ਇਸ ਸ਼ਬਦ ਵਿੱਚ ਕਹਿਣ ਲੱਗੇ, ਚਤੁਰਾਈ ਨਾ ਚਤੁਰ ਭੁਜ ਪਾਈਏ। ਸ਼ਬਦ ਆਇਆ ਚਤੁਰਭੁਜ, ਚਾਰ ਬਾਹਾਂ ਵਾਲਾ। ਇਹ ਨਾਮ ਕਬੀਰ ਜੀ ਨੇ ਨਹੀਂ ਪੈਦਾ ਕੀਤਾ, ਜਾਂ ਕਬੀਰ ਜੀ ਨੇ ਪਹਿਲੀ ਵਾਰ ਨਹੀਂ ਕਿਹਾ, ਬਲਕਿ ਇਹ ਨਾਮ ਬੜਾ ਪੁਰਾਣਾ ਹੈ, ਚਾਰ ਬਾਹਾਂ ਵਾਲਾ। ਹੁਣ ਚਾਰ ਬਾਹਾਂ ਵਾਲਾ ਕਈਆਂ ਨੇ ਵਿਸ਼ਨੂੰ ਨੂੰ ਕਿਹਾ ਹੈਗਾ, ਪਰ ਇੱਥੇ ਚਤੁਰਭੁਜ ਨਾਮ ਉਹੀ ਹੈ, ਲੇਕਿਨ ਇੱਥੇ ਵਿਸ਼ਨੂੰ ਦੀ ਗੱਲ ਨਹੀਂ ਹੈ। ਇੱਥੇ ਰਮੇ ਹੋਏ ਉਸ ਰਾਮ ਦੀ ਗੱਲ ਹੈ, ਜਿਹੜਾ ਕਣ ਕਣ ਵਿੱਚ ਵਸਦਾ ਹੈ। ਇਦੋਂ ਪਹਿਲਾਂ ਰੇ ਜਨ ਮਨ ਮਾਧੋ ਸਿਉ ਲਾਈਏ, ਉੱਥੇ ਗੱਲ ਸ਼ਬਦ ਮਾਧੋ ਆਇਆ। ਹੁਣ ਨਾਵਾਂ ਦੇ ਸੰਬੰਧ ਵਿੱਚ ਇੱਦਾਂ ਆਪਾਂ ਨੂੰ ਸਮਝਣਾ ਪੈਣਾ ਕਿ ਮਾਧੋ ਸ਼ਬਦ ਕਿਹਦੇ ਲਈ ਆਉਂਦਾ ਹੈ, ਪਰ ਅਸਲ ਵਿੱਚ ਇੱਥੇ ਹੈ ਰਾਮ ਰਮਿਆ ਹੋਇਆ, ਘਟ ਘਟ ਵਿੱਚ ਵਸਦਾ। ਅੱਗੇ ਅਖੀਰ ਵਿੱਚ ਕਬੀਰ ਜੀ ਨੇ ਇਸੇ ਸ਼ਬਦ ਦੀ ਅਖੀਰਲੀ ਪੰਕਤੀ ਵਿੱਚ ਕਿਹਾ, ਭੋਲੇ ਭਾਏ ਮਿਲੇ ਰਘੁਰਾਇਆ। ਹੁਣ ਰਘੁਰਾਇਆ ਸ਼ਬਦ ਜਿਹੜਾ ਰਾਮਚੰਦਰ ਨਾਲ ਵੈਸੇ ਜੁੜਦਾ ਹੈ, ਪਰ ਇੱਥੇ ਕਣ ਕਣ ਵਿੱਚ ਵਸਦੇ ਉਸ ਪਰਿਪੂਰਨ ਦੇ ਲਈ ਹੈ। ਇਸ ਕਰਕੇ ਨਾਮ ਕੋਈ ਵੀ ਹੋਵੇ, ਨਾਮ ਕੁਛ ਵੀ ਲਿਆ ਜਾਵੇ, ਪਰ ਅਸਲ ਦੇ ਵਿੱਚ ਉਹ ਸੰਬੋਧਨ ਕਿਹਨੂੰ ਹੁੰਦਾ ਹੈ, ਇਹ ਸਾਨੂੰ ਵੇਖਣਾ ਪੈਣਾ। ਇਸੇ ਤਰ੍ਹਾਂ ਸ਼ਬਦ ਕਹਿੰਦੇ, ਚਤੁਰਾਈ ਨਾ ਚਤੁਰ ਭੁਜ ਪਾਈਏ। ਉਹ ਜੋ ਪਰਿਪੂਰਨ ਹੈ, ਉਹ ਚਤੁਰਾਈ ਦੇ ਨਾਲ ਨਹੀਂ ਮਿਲਦਾ, ਉਹ ਚਤੁਰਾਈ ਨਾਲ ਨਹੀਂ ਮਿਲਦਾ। ਹੁਣ ਚਤੁਰਾਈ ਦਾ ਜਦੋਂ ਮੀਨਿੰਗ ਕੀਤਾ ਜਾਂਦਾ ਹੈ, ਤੇ ਉਸ ਵੇਲੇ ਬਹੁਤ ਸਾਰੇ ਲੋਕ, ਜਦੋਂ ਕੋਈ ਬੰਦਾ ਨਵੀਂ ਗੱਲ ਕਰੇ, ਨਵੀਂ ਵਿਚਾਰ ਦੇਵੇ, ਤੇ ਉਦੋਂ ਕਿਹਾ ਜਾਂਦਾ ਹੈ ਚਤੁਰਾਈਆਂ ਕਰਦਾ ਹੈ। ਕਿਉਂਕਿ ਗੁਰਬਾਣੀ ਦੇ ਅਰਥ ਜਿਹੜੇ ਹੈ, ਇਹ ਪੁਰਾਣੇ ਟਾਈਮ ਤੋਂ ਸੀਨਾ ਪਸੀਨਾ ਇਹ ਚੱਲੇ ਆਉਂਦੇ ਹੈ
ਤੇ ਜੇ ਕੋਈ ਨਵੇਂ ਅਰਥ ਕਰੇਗਾ, ਨਵੀਂ ਗੱਲ ਕਰੇਗਾ ਤਾਂ ਇਹਦਾ ਮਤਲਬ ਹੈ ਚਤੁਰਾਈ ਕਰਦਾ ਹੈ। ਨਹੀਂ, ਚਤੁਰਾਈ ਦਾ ਮਤਲਬ ਸਮਝਣਾ ਤੇ ਥੋੜੀ ਜਿਹੀ ਗੱਲ ਸਮਝਣੀ ਪਵੇਗੀ। ਇੱਕ ਗੱਲ ਸਾਰੇ ਕਹਿੰਦੇ ਆ ਕਿ ਪ੍ਰਮਾਤਮਾ, ਪ੍ਰਭੂ, ਈਸ਼ਵਰ ਜੋ ਵੀ ਨਾਮ ਲੈਣ ਵੀ ਉਹ ਹੈ ਜਿਹਨੇ ਸਾਰੀ ਦੁਨੀਆ ਨੂੰ ਬਣਾਇਆ ਹੈ। ਫਿਰ ਇੱਕ ਗੱਲ ਇਹ ਵੀ ਸਾਰੇ, ਚਾਹੇ ਹਿੰਦੂ ਹੋਵੇ, ਮੁਸਲਮਾਨ ਹੋਵੇ, ਈਸਾਈ ਹੋਵੇ, ਸਿੱਖ ਹੋਵੇ, ਜੈਨ ਹੋਵੇ, ਉਹ ਕਹਿੰਦੇ ਆ ਕਿ ਉਹਨੇ ਸਾਰੀ ਦੁਨੀਆ ਨੂੰ ਬਣਾਇਆ ਹੈ। ਅੱਗੇ ਕਹਿੰਦੇ ਕਿ ਉਹ ਜਿਹੜਾ ਦੁਨੀਆ ਨੂੰ ਬਣਾਉਣ ਵਾਲਾ ਹੈ ਉਹ ਦੁਨੀਆ ਨੂੰ ਪਾਲਦਾ ਹੈ। ਫਿਰ ਅੱਗੇ ਕਹਿੰਦੇ ਆ ਕਿ ਉਹ ਦੁਨੀਆ ਨੂੰ ਮਾਰਨ ਵਾਲਾ ਵੀ ਉਹ ਹੈ, ਯਾਨੀ ਬੰਦੇ ਨੂੰ ਪੈਦਾ ਵੀ ਉਹਨੇ ਕੀਤਾ ਹੈ, ਪਾਲਦਾ ਵੀ ਉਹ ਹੈ ਤੇ ਮਾਰਨ ਵਾਲਾ ਵੀ ਉਹ ਹੈ। ਇਸ ਕਰਕੇ ਉਸ ਪਰਿਪੂਰਨ ਨੂੰ ਮਿਲਣ ਦੇ ਵਾਸਤੇ ਉਹਨਾਂ ਨੇ ਅਲੱਗ-ਅਲੱਗ ਰਾਹ ਦੱਸ ਦਿੱਤੇ। ਹੁਣ ਹਿੰਦੂ ਜਿਹੜਾ ਹੈ ਉਹ ਦੇਵੀ ਦੇਵਤਿਆਂ ਦੇ ਰਾਹੀਂ, ਮੰਤਰਾਂ ਦੇ ਰਾਹੀਂ, ਪੂਜਾ ਆਰਤੀਆਂ ਦੇ ਰਾਹੀਂ ਕਹਿੰਦਾ ਕਿ ਇੱਦਾਂ ਉਹ ਜਿਹੜਾ ਰੱਬ ਹੈ ਉਹਨੇ ਖੁਸ਼ ਹੋਣਾ ਹੈ ਤੇ ਉਹਨੂੰ ਫਿਰ ਮਿਲਿਆ ਜਾ ਸਕਣਾ ਹੈ, ਫਿਰ ਮੁਕਤੀ ਮਿਲਣੀ ਹੈ। ਮੁਕਤੀ ਦਾ ਰਾਹ ਉਹਨੇ ਪੂਜਾ ਆਰਤੀ, ਤੀਰਥ ਇਸ਼ਨਾਨ, ਮੰਤਰਾਂ ਦੇ ਪਾਠ, ਵੇਦਾਂ ਆਦਿਕ ਦੇ ਪਾਠ ਦੱਸਿਆ। ਉਹਨੇ ਕਿਹਾ ਵੇਦ ਰੱਬ ਨੇ ਉਚਾਰਨ ਕੀਤੇ ਆ। ਹੁਣ ਜੇ ਗੱਲ ਇਸਲਾਮ ਦੀ ਜਾਂ ਮੁਸਲਮਾਨ ਦੀ ਕਰੀਏ, ਕਾਜੀ ਦੀ ਕਰੀਏ, ਤਾਂ ਉਹ ਕਹਿੰਦਾ ਹੈ ਕਿ ਉਹ ਅੱਲਾ ਨੇ ਪੈਗੰਬਰ ਭੇਜੇ ਆਪਣਾ ਹਜ਼ਰਤ ਮੁਹੰਮਦ, ਉਹਦੇ ਰਾਹੀਂ ਉਹਨੇ ਕੁਰਾਨ ਭੇਜੀ ਆ। ਅੱਗੇ ਉਹਦੀਆਂ ਮਰਿਆਦਾ, ਸ਼ਰ੍ਹਾ ਦੇ ਨਿਯਮ ਹੈ ਕਿ ਉਹ ਜਿਹੜਾ ਅੱਲਾ ਹੈ ਉਹ ਮਿਲੇਗਾ ਜੰਨਤ ਦੇ ਵਿੱਚ, ਤੇ ਮਿਲੇਗਾ ਕਿਵੇਂ? ਨਮਾਜ਼ਾਂ ਪੜ੍ਹਨ ਦੇ ਨਾਲ, ਹੱਜ ਕਰਨ ਦੇ ਨਾਲ, ਕੁਰਾਨ ਦੇ ਮੁਤਾਬਕ ਚੱਲਣ ਦੇ ਨਾਲ। ਕੁਰਾਨ ਹੀ ਉਸ ਅੱਲਾ ਦੀ ਹੈ, 7ਵੇਂ ਅਸਮਾਨ ਤੇ ਵੱਡੀ ਕੁਰਾਨ ਹੈ, ਉਸ ਚੋਂ ਇਹ ਕੁਰਾਨ ਬਣੀ ਹੈ। ਜੇ ਗੱਲ ਈਸਾਈ ਮਤ ਦੀ ਕਰੀਏ ਤਾਂ ਉਹ ਕਹਿਣ ਲੱਗੇ ਕਿ ਯੀਸ਼ੂ ਮਸੀਹ ਜਿਹੜਾ ਹੈ ਉਹ ਅੱਲਾ ਦਾ ਖਾਸ ਪੁੱਤਰ ਹੈ, ਇਕਲੌਤਾ ਪੁੱਤਰ ਹੈ। ਉਹਨੇ ਬਾਈਬਲ ਉਚਾਰਨ ਕੀਤੀ ਹੈ, ਬਾਈਬਲ ਮੁਤਾਬਕ ਜੀਵਿਆ ਜਾਏ ਤਾਂ ਉਸ ਪ੍ਰਭੂ ਰੱਬ ਨੂੰ, ਗੋਡ ਨੂੰ ਮਿਲਿਆ ਜਾਏਗਾ। ਇਸੇ ਤਰ੍ਹਾਂ ਜੇ ਗੱਲ ਬਹੁਤੀ ਨਹੀਂ ਤਾਂ ਸਿੱਖ ਮਤ ਦੀ ਕਰੀਏ ਤਾਂ ਉਹ ਕਹਿੰਦੇ ਕਿ ਗੁਰੂ ਨਾਨਕ ਨੂੰ ਖਾਸ ਕਰਕੇ ਰੱਬ ਨੇ ਭੇਜਿਆ। ਵੀਂ ਨਦੀ ਦੇ ਵਿੱਚ ਉਹਨਾਂ ਨੂੰ ਨਾਮ ਦਾ ਪਿਆਲਾ ਦਿੱਤਾ ਹੈ। ਫਿਰ ਉਹਨਾਂ ਨੇ ਬਾਣੀ ਜਿਹੜੀ ਆ ਉਹ ਰੱਬੀ ਬਾਣੀ ਹੈ, ਗੁਰਬਾਣੀ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਰੱਬੀ ਬਾਣੀ ਗੁਰੂ ਨਾਨਕ ਨੂੰ ਰੱਬ ਭੇਜਦਾ ਤੇ ਫਿਰ ਉਹ ਗੁਰੂ ਨਾਨਕ ਬੋਲਦਾ ਹੈ। ਤੇ ਗੁਰਬਾਣੀ ਦੀਆਂ ਐਗਜ਼ਾਮਪਲਾਂ ਵੀ ਦਿੱਤੀਆਂ ਜਾਂਦੀਆਂ, ਹੂੰ ਆਪੋਂ ਬੋਲਣਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀ। ਇੱਦਾਂ ਕਰਕੇ ਰੱਬ ਜਿਹੜਾ ਹੈ ਉਹ ਬਾਣੀ ਜਿਹੜੀ ਹੈ ਉਹ ਭੇਜਦਾ। ਇਹ ਹੀ ਧੁਰਕੀ ਬਾਣੀ ਹੈ, ਇਹੀ ਰੱਬੀ ਬਾਣੀ ਹੈ। ਹੁਣ ਇੱਕ ਉਹ ਮਤ ਹੈ ਜਿਹੜਾ ਕਹਿੰਦਾ ਵੇਦ ਰੱਬ ਨੇ ਲਿਖੇ ਆ, ਰੱਬ ਨੇ ਉਚਾਰੇ ਆ, ਗੀਤਾ ਰੱਬ ਨੇ ਗਾਈ ਹੈ। ਇਸੇ ਤਰ੍ਹਾਂ ਦੂਸਰਾ ਕਹਿੰਦਾ ਹੈ ਕਿ ਕੁਰਾਨ ਰੱਬ ਦੀ, ਤੀਜਾ ਕਹਿੰਦਾ ਬਾਈਬਲ ਰੱਬ ਦੀ, ਚੌਥਾ ਕਹਿੰਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰੱਬ ਦੀ ਬਾਣੀ ਹੈ। ਇੱਕ ਕਹਿੰਦਾ ਗੁਰੂ ਨਾਨਕ ਰੱਬ ਨੇ ਭੇਜਿਆ, ਇੱਕ ਕਹਿੰਦਾ ਯੀਸ਼ੂ ਮਸੀਹ ਰੱਬ ਨੇ ਭੇਜਿਆ, ਤੀਜਾ ਕਹਿੰਦਾ ਕਿ ਜੋ ਹਜ਼ਰਤ ਮੁਹੰਮਦ ਹੈ ਉਹ ਰੱਬ ਦਾ ਪੈਗੰਬਰ ਹੈ। ਫਿਰ ਅਗਲਾ ਕਹਿੰਦਾ ਕਿ ਬ੍ਰਹਮਾ ਆਪ ਰੱਬ ਹੈ, ਵਿਸ਼ਨੂੰ ਆਪ ਰੱਬ ਹੈ, ਰੱਬ ਨੇ ਪੈਦਾ ਕੀਤੇ 3 ਦੇਵਤੇ ਵੱਡੇ। ਹੁਣ ਚਤੁਰਾਈ ਕੀ ਹੈ ਕਿ ਰੱਬ ਸਾਰੇ ਕਹਿੰਦੇ ਇੱਕੋ ਆ, ਜਿਹਨੇ ਸਾਰੀ ਦੁਨੀਆ, ਸਾਰੀ ਕਾਇਨਾਤ, ਸਾਰੀ ਕੁਦਰਤ ਬਣਾਈ ਹੈ। ਉਹੀ ਸਾਰੀ ਕੁਦਰਤ ਨੂੰ ਚਲਾਉਂਦਾ ਹੈ। ਪਰ ਹਰ ਕੋਈ ਕਹਿੰਦਾ ਹੈ ਕਿ ਮੇਰੇ ਵਾਲਾ ਜਿਹੜਾ ਦੇਵਤਾ, ਮੇਰਾ ਪੀਰ, ਮੇਰਾ ਪੈਗੰਬਰ, ਮੇਰਾ ਗੁਰੂ ਜਿਹੜਾ ਹੈ ਉਹ ਰੱਬ ਦਾ ਖਾਸ ਹੈ। ਜੇ ਪੁੱਛਿਆ ਜਾਏ ਕਿ ਭਾਈ ਜੇ ਰੱਬ ਇੱਕੋ ਹੀ ਹੈ ਤੇ ਤੁਹਾਨੂੰ ਸਾਰਿਆਂ ਨੂੰ ਵੱਖਰੇ ਵੱਖਰੇ ਰਾਹ ਕਿਉਂ ਦੱਸ ਗਿਆ? ਇੱਕ ਨੂੰ ਨਿਤਨੇਮ ਕਰਨ ਨਾਲ ਮਿਲਦਾ ਹੈ, ਇੱਕ ਨੂੰ ਵੇਦਾਂ ਦੇ ਮੰਤਰ ਉਚਾਰਨ ਨਾਲ ਮਿਲਦਾ ਹੈ, ਇੱਕ ਨੂੰ ਨਮਾਜ਼ ਪੜ੍ਹਨ ਨਾਲ ਮਿਲਦਾ ਹੈ, ਇੱਕ ਨੂੰ ਗੁਰਦੁਆਰੇ ਜਾ ਕੇ ਰੱਬ ਮਿਲਣਾ ਹੈ, ਇੱਕ ਨੂੰ ਮੰਦਿਰ ਮਿਲਣਾ ਹੈ, ਇੱਕ ਨੂੰ ਮਸੀਤ ਮਿਲਣਾ ਹੈ, ਇੱਕ ਨੂੰ ਚਰਚ ਦੇ ਵਿੱਚ ਜਾ ਕੇ ਮਿਲਣਾ ਹੈ। ਜੇ ਰੱਬ ਇੱਕੋ ਆ ਤਾਂ ਉਸਨੇ ਫਿਰ ਵੱਖਰੇ ਵੱਖਰੇ ਰਾਹ ਕਿਉਂ ਦੱਸੇ ਹੈ? ਤੀਰਥਾਂ ਦੇ ਨਾਲ, ਤੀਰਥਾਂ ਤੇ ਇਸ਼ਨਾਨ ਕਰਨ ਨਾਲ ਮਿਲਣਾ ਹੈ, ਕਿ ਬਹੁਤੇ ਪਾਠ ਕਰਨ ਨਾਲ ਮਿਲਣਾ ਹੈ, ਕਿ ਬਹੁਤੀਆਂ ਨਮਾਜ਼ਾਂ ਪੜ੍ਹਨ ਨਾਲ ਮਿਲਣਾ ਹੈ, ਕਿਸ ਤਰੀਕੇ ਨਾਲ ਮਿਲਣਾ ਹੈ? ਤਾਂ ਇੱਥੇ ਜਾਂ ਤੇ ਰੱਬ ਠੀਕ ਨਹੀਂ ਜਾਂ ਤੁਸੀਂ ਠੀਕ ਨਹੀਂ। ਜੇ ਉਹਨਾਂ ਨੂੰ ਕਹੀਏ ਕਿ ਰੱਬ ਠੀਕ ਨਹੀਂ, ਕਹਿਣਗੇ ਰੱਬ ਤੇ ਠੀਕ ਹੀ ਹੈ, ਤਾਂ ਫਿਰ ਤੁਸੀਂ ਠੀਕ ਨਹੀਂ ਆ।
ਇਹ ਤੁਹਾਡੀ ਚਤੁਰਾਈ ਹੈ। ਇਹਨੂੰ ਕਹਿੰਦੇ ਚਤੁਰਾਈ। ਇਹ ਭਾਈ ਚਤੁਰਾਈਆਂ ਹੈ। ਇਹ ਚਤੁਰਾਈਆਂ ਕਾਹਦੇ ਲਈ ਤੁਸੀਂ ਕੀਤੀਆਂ? ਤੁਸੀਂ ਆਪਣੀ ਦੁਕਾਨਦਾਰੀ ਚਲਾਉਣ ਦੇ ਲਈ। ਤੁਸੀਂ ਆਪਣੀ ਦੁਕਾਨਦਾਰੀ ਧਰਮ ਦੇ ਨਾਂ ਤੇ ਇੱਕ ਧਾਰਮਿਕ ਸਥਾਨ ਬਣਾਇਆ। ਤੁਹਾਡੇ ਕੋਲੇ ਲੋਕ ਵੱਧ ਆਉਣ, ਤੁਹਾਡੀ ਪੂਜਾ ਆਮਦਨੀ ਵਧੇ, ਤੁਹਾਡੇ ਘਰ ਦੇ ਵਿੱਚ ਬਹੁਤਾ ਪੈਸਾ ਆਵੇ। ਤੁਸੀਂ ਆਪਣਾ ਸਿਸਟਮ ਚਲਾਉਣ ਦੇ ਲਈ ਰੱਬ ਦੇ ਰਾਹ ਦੂਜਿਆਂ ਨੂੰ ਵੱਡੇ ਕਰ ਕਰਕੇ ਦੱਸਣ ਦਾ ਯਤਨ ਕੀਤਾ ਤੇ ਉਵੇਂ ਦੱਸਦੇ ਗਏ ਹੋ। ਲੋਕ ਗੁੰਮਰਾਹ ਹੁੰਦੇ ਗਏ। ਲੋਕਾਂ ਨੂੰ ਇਹ ਵੀ ਨਹੀਂ ਪਤਾ ਸਹੀ ਕੀ ਹੈ, ਗਲਤ ਕੀ ਹੈ। ਲੋਕਾਂ ਨੂੰ ਗੁੰਮਰਾਹ ਕਿਸ ਲਈ ਕੀਤਾ? ਤਾਂ ਕਿ ਤੁਹਾਡੀ ਦੁਕਾਨਦਾਰੀ ਚੰਗੀ ਚੱਲ ਜਾਏ। ਜੇ ਤੁਸੀਂ ਕਹਿੰਦੇ ਹੋ ਰੱਬ ਇੱਕੋ ਵਾ ਤੇ ਫਿਰ ਰਾਹ ਇੱਕੋ ਹੋਣਾ ਚਾਹੀਦਾ ਸੀ, ਫਿਰ ਧਾਰਮਿਕ ਸਥਾਨ ਵੀ ਇੱਕੋ ਜਿਹਾ ਹੋਣਾ ਚਾਹੀਦਾ ਸੀ। ਲੇਕਿਨ ਸਾਰਾ ਕੁਝ ਹੀ ਵੱਖਰਾ ਵੱਖਰਾ। ਤੇ ਇੱਥੇ ਇਹਦਾ ਮਤਲਬ ਇਹ ਨਹੀਂ ਕਿ ਇੱਕ ਠੀਕ ਹੈ, ਨਹੀਂ, ਕੋਈ ਵੀ ਠੀਕ ਨਹੀਂ ਹੈ। ਕਿਉਂਕਿ ਸਾਰੇ ਆਪੋ ਆਪਣੇ ਦੇਵਤੇ ਨੂੰ ਵੱਡਾ ਕਹਿੰਦੇ ਆ, ਸਾਰੇ ਆਪੋ ਆਪਣੇ ਨੂੰ ਵੱਡਾ ਕਹਿ ਰਹੇ ਆ। ਤਾਂ ਇਹ ਚਤੁਰਾਈ ਹੈ। ਇਹ ਚਤੁਰਾਈ ਹੈ। ਇਹ ਨਹੀਂ ਕਿ ਜੇ ਕੋਈ ਬੰਦਾ ਪਹਿਲਾਂ ਗੱਲ ਕਰਦਾ ਸੀ ਦੂਜਾ ਨਵੀਂ ਗੱਲ ਉਹਨੂੰ ਹੋਰ ਪਤਾ ਲੱਗੇ ਦੱਸੇ, ਤਾਂ ਇਹ ਚਤੁਰਾਈ ਨਹੀਂ। ਸੀਨੇ ਬਸੀਨੇ ਅਰਥ ਆਉਂਦੇ ਆ ਤੇ ਉਹੀ ਕਰਨੇ, ਇਹ ਠੀਕ ਨਹੀਂ। ਕਿਉਂਕਿ ਇੱਥੇ ਤੇ ਸਾਰਾ ਕੁਝ ਗਲਤ ਹੈ। ਤੁਸੀਂ ਕਿਹਾ ਗੁਰੂ ਨਾਨਕ ਬਹੁਤ ਵੱਡਾ ਹੈ, ਬਹੁਤ ਵੱਡਾ ਤੇ ਹੈ, ਪਰ ਜਦੋਂ ਕਿਹਾ ਸਭ ਤੋਂ ਹੀ ਵੱਡਾ ਹੈ, ਇੱਥੇ ਭੁਲੇਖਾ ਪੈ ਗਿਆ। ਗੁਰੂ ਨਾਨਕ ਪਾਤਸ਼ਾਹ ਜਿਹੜੀ ਗੱਲ ਦੱਸ ਰਹੇ ਸੀ ਉਹ ਤੇ ਕਹਿੰਦੇ ਹਮ ਆਦਮੀ ਹਾਂ ਇੱਕ ਦਮੀ ਮੋਹਲਤ ਮੋਹਤ ਨਾ ਜਾਣਾ, ਨਾਨਕ ਨੀਚ ਕਹੈ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ। ਉਹਨਾਂ ਨੇ ਆਪਣੇ ਆਪ ਨੂੰ ਕਦੇ ਨਹੀਂ ਕਿਹਾ ਕਿ ਮੇਰੇ ਤੋਂ ਬਾਅਦ ਵਿੱਚ ਕੋਈ ਹੋਰ ਸੱਚ ਨਹੀਂ ਬੋਲ ਸਕਦਾ। ਉਹਨਾਂ ਨੇ ਇਹ ਵੀ ਨਹੀਂ ਕਿਹਾ ਕਿ ਕਬੀਰ ਨਾਲੋਂ ਮੈਂ ਵੱਡਾ ਹਾਂ। ਉਹਨਾਂ ਨੇ ਇਹ ਵੀ ਨਹੀਂ ਕਿਹਾ ਕਿ ਕਬੀਰ ਮੇਰੇ ਨਾਲੋਂ ਵੱਡਾ ਹੈ। ਨਹੀਂ, ਜਿਹਨੂੰ ਜਿੰਨਾ ਸਮਝ ਹੈ, ਜਿੰਨੀ ਪਤਾ ਹੈ, ਉਨੀ ਗੱਲ ਦੱਸ ਰਿਹਾ ਹੈ। 35 ਮਹਾਂਪੁਰਖਾਂ ਦੀ ਬਾਣੀ ਹੈ। ਉਹਨਾਂ ਨੇ ਕਿਸੇ ਨੂੰ ਵੀ ਇੱਕ ਦੂਜੇ ਤੋਂ ਛੋਟਾ ਜਾਂ ਵੱਡਾ ਕਰਕੇ ਨਹੀਂ ਦੱਸਿਆ। ਇੱਥੇ ਸਾਰੇ ਇਨਸਾਨ ਹੈ। ਕੋਈ ਵੀ ਕਿਸੇ ਤਰ੍ਹਾਂ ਦੀ ਗੱਲ ਅੱਗੇ ਕਰ ਸਕਦਾ ਹੈ। ਰਸਤਾ ਬੰਦ ਨਹੀਂ ਕੀਤਾ। ਗੁਰੂ ਨਾਨਕ ਸਾਹਿਬ ਤੋਂ ਬਾਅਦ ਭਾਈ ਲਹਿਣਾ ਜੇ ਗੁਰੂ ਨਾਨਕ ਦੇ ਵਾਰਸ ਬਣ ਸਕਦੇ ਹੈ, ਗੁਰੂ ਅੰਗਦ ਦੇ ਵਾਰਸ ਜੇ ਬਾਬਾ ਅਮਰਦਾਸ ਬਣ ਸਕਦੇ ਹੈ। ਜੇ ਉਹਨਾਂ ਨੇ ਇੱਥੇ ਰਾਹ ਖੋਲ੍ਹਿਆ ਸੀ ਤੇ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਰਾਹ ਬੰਦ ਕਰਕੇ ਨਹੀਂ ਗਏ। ਗੁਰੂ ਗੋਬਿੰਦ ਸਿੰਘ ਇਹ ਨਹੀਂ ਕਹਿ ਗਏ ਕਿ ਇਸ ਤੋਂ ਬਾਅਦ ਹੁਣ ਕੋਈ ਗੱਲ ਹੀ ਨਹੀਂ ਕਰ ਸਕਦਾ। ਰਸਤਾ ਬੰਦ ਨਹੀਂ ਸੀ ਕੀਤਾ, ਬਲਕਿ ਗੁਰੂ ਗੋਬਿੰਦ ਸਿੰਘ ਤੇ ਚਾਹੁੰਦੇ ਸੀ ਕਿ ਸਾਰੇ ਸਿੱਖ ਹੀ ਏਦਾਂ ਸਮਝਦਾਰ ਹੋਣ, ਸਾਰੇ ਹੀ ਸਿਆਣੇ ਹੋਣ। ਕਿ ਕੋਈ ਐਸਾ ਗੁਰੂ ਨਹੀਂ ਹੈ ਜਿਹੜਾ ਕਹਿੰਦਾ ਹੋਵੇ ਚੇਲਾ ਅੱਗੇ ਨਾ ਵਧੇ, ਮੇਰਾ ਸਿੱਖ ਅੱਗੇ ਨਾ ਵਧੇ। ਗੁਰੂ ਕਹਿੰਦਾ ਕਿ ਮੇਰੇ ਤੋਂ ਹੋਰ ਅੱਗੇ ਜਾਵੇ। ਰਸਤਾ ਬੰਦ ਨਹੀਂ ਸੀ ਕਰਨਾ। ਗੁਰੂ ਨਾਨਕ ਸਾਹਿਬ ਨੇ ਦਿਮਾਗ ਖੋਲਣ ਲਈ ਕਿਹਾ ਸੀ। ਸੋ ਚਤੁਰਾਈ ਇਹ ਹੈ ਕਿ ਰੱਬ ਇੱਕੋ ਕਹੀ ਜਾਂਦੇ ਹੋ, ਰੱਬ ਨੇ ਪੈਦਾ ਕੀਤੀ ਦੁਨੀਆ ਕਹੀ ਜਾਂਦੇ ਹੋ, ਪਰ ਰਾਹ ਸਾਰੇ ਹੀ ਵੱਖੋ ਵੱਖਰੇ ਦੱਸ ਰਹੇ ਹੋ। ਰੱਬ ਇੱਕੋ ਕਹੀ ਜਾਂਦੇ ਹੋ, ਸਾਰੇ ਉਸਦੇ ਬੱਚੇ ਕਹੀ ਜਾਂਦੇ ਹੋ, ਫਿਰ ਆਪਣੇ ਆਪਣੇ ਦੇਵਤੇ ਨੂੰ ਸਭ ਤੋਂ ਵੱਡਾ ਕਿਉਂ ਦੱਸੀ ਜਾਂਦੇ ਹੋ? ਦੇਵਤਾ, ਪੀਰ, ਗੁਰੂ, ਪੈਗੰਬਰ, ਫਿਰ ਆਪਣੇ ਆਪਣੇ ਨੂੰ ਵੱਡੇ ਨੂੰ ਕਿਉਂ ਕਹੀ ਜਾਂਦੇ ਹੋ? ਸਾਰੀ ਕਹਿੰਦੇ ਹੋ ਕਿ ਰੱਬ ਨੇ ਗੀਤਾ ਉਚਾਰੀ, ਦੂਜਾ ਕਹਿੰਦਾ ਰੱਬ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਭੇਜੀ, ਤੀਜਾ ਕਹਿੰਦਾ ਰੱਬ ਨੇ ਕੁਰਾਨ ਭੇਜੀ, ਚੌਥਾ ਕਹਿੰਦਾ ਬਾਈਬਲ ਭੇਜੀ। ਤੇ ਸਾਰਿਆਂ ਗ੍ਰੰਥਾਂ ਦੇ ਵਿੱਚ ਵੱਖਰੇ ਵੱਖਰੇ ਰਸਤੇ ਕਿਉਂ ਹੈ? ਕਿਉਂ ਦੱਸ ਰਹੇ ਹੋ? ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਦਾਂ ਦੀ ਗੱਲ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਕਦੇ ਨਹੀਂ ਕਿਹਾ ਕਿ ਇਹ ਰਸਤਾ ਹੈ, ਬਲਕਿ ਕਿਸੇ ਤਰੀਕੇ ਨਾਲ ਕਿਸੇ ਪਾਠ ਨੂੰ ਇਸ ਤਰ੍ਹਾਂ ਵੱਡਾ ਕਰਕੇ ਨਹੀਂ ਦੱਸਿਆ। ਬਲਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਸਲ ਵਿੱਚ ਕੀ ਕਹਿੰਦੀ ਹੈ, ਆਜੋ ਆਪਾਂ ਸਮਝੀਏ। ਕਿਆ ਜਪ, ਕਿਆ ਤਪ, ਕਿਆ व्रत ਪੂਜਾ, ਜਾ ਕਹਿ ਹਿਰਦੈ ਭਾਉ ਹੈ ਦੂਜਾ। ਕਹਿਣ ਲੱਗੇ ਜਿਹਦੇ ਹਿਰਦੇ ਦੇ ਵਿੱਚ, ਜਿਹਦੇ ਮਨ ਦੇ ਵਿੱਚ, ਜਿਹੜੇ ਦਿਮਾਗ ਦੇ ਵਿੱਚ ਦੂਜਾ ਭਾਅ ਹੈ, ਯਾਨੀ ਇੱਕ ਨਿਯਮ, ਇੱਕ ਕੁਦਰਤ, ਉਸ ਨੂੰ ਛੱਡ ਕੇ, ਇੱਕ ਪ੍ਰਮਾਤਮਾ ਨੂੰ ਛੱਡ ਕੇ ਜਿਹਦੇ ਮਨ ਦੇ ਵਿੱਚ ਦੂਜਾ ਭਾਅ ਹੈ। ਹੁਣ ਦੂਜਾ ਭਾਅ ਕੋਈ ਵੀ ਹੋ ਸਕਦਾ ਹੈ। ਉਹ ਆਪਣੀ ਦੁਕਾਨਦਾਰੀ ਨੂੰ ਚਲਾਉਣ ਦਾ ਹੋ ਸਕਦਾ ਹੈ, ਉਹ ਆਪਣੀ ਸ਼ੋਹਰਤ ਖੱਟਣ ਦਾ ਹੋ ਸਕਦਾ ਹੈ, ਉਹ ਆਪਣੀ ਪੂਜਾ ਕਰਵਾਉਣ ਦਾ ਹੋ ਸਕਦਾ ਹੈ, ਆਪਣੇ ਆਪ ਨੂੰ ਸਿਆਣਾ ਦੱਸਣ ਦਾ ਹੋ ਸਕਦਾ ਹੈ, ਆਪਣੇ ਆਪ ਨੂੰ ਵੱਡਾ ਦੱਸਣ ਦਾ ਹੋ ਸਕਦਾ ਹੈ। ਕੋਈ ਵੀ ਰਿਐਲਿਟੀ ਨੂੰ ਛੱਡ ਕੇ, ਹਕੀਕਤ ਨੂੰ ਛੱਡ ਕੇ, ਨਿਯਮ ਨੂੰ ਛੱਡ ਕੇ ਜਦੋਂ ਕੋਈ ਹੋਰ ਗੱਲ ਕਰਦਾ ਹੈ, ਉਹਦਾ ਮਤਲਬ ਹੈ ਦੂਜਾ ਭਾਵ ਹੈ, ਕੁਛ ਮਤਲਬ ਹੋਰ ਹੈ। ਤੂੰ ਜੋ ਮੂੰਹ ਵਿੱਚੋਂ ਕਹਿ ਰਿਹਾ, ਤੂੰ ਜੋ ਦੱਸ ਰਿਹਾ,
ਇਹਦੇ ਨਾਲ ਲੋਕਾਂ ਦਾ ਫਾਇਦਾ ਨਹੀਂ ਹੋਣ ਵਾਲਾ। ਅਸਲ ਵਿੱਚ ਤੇਰਾ ਮਤਲਬ ਇਹ ਦੱਸਣ ਦਾ, ਤੇਰਾ ਸਵਾਰਥ ਕਿਤੇ ਹੋਰ ਹੈ, ਤੇਰਾ ਮਤਲਬ ਕਿਤੇ ਹੋਰ ਹੈ। ਤੇ ਜਦੋਂ ਇਹ ਹੈ ਤੇ ਉਦੋਂ ਕਹਿੰਦੇ ਕਿਆ ਜਪ, ਫਿਰ ਜਪ ਕੋਈ ਵੀ ਕਰ ਲਵੇ। ਫਿਰ ਤੂੰ ਭਾਵੇਂ ਨਮਾਜ਼ ਪੜ੍ਹ, ਫਿਰ ਤੂੰ ਭਾਵੇਂ ਗੁਰਬਾਣੀ ਦੇ ਪਾਠ ਕਰ, ਫਿਰ ਤੂੰ ਭਾਵੇਂ ਕਿਸੇ ਦੀ ਪੂਜਾ ਆਰਤੀ ਕਰ, ਭਾਵੇਂ ਬਾਈਬਲ ਪੜ੍ਹ, ਚਾਹੇ ਵੇਦ ਪੜ੍ਹ, ਜੋ ਵੀ ਪੜ੍ਹਨਾ, ਜਿਹਦਾ ਮਰਜ਼ੀ ਜਪ ਕਰਨਾ ਕਰ, ਪਰ ਇਹਦਾ ਮਤਲਬ ਹੈ ਤੇਰੇ ਹਿਰਦੇ ਵਿੱਚ ਭਾਵ ਦੂਜਾ ਹੈ। ਫਿਰ ਕੀ ਫਾਇਦਾ? ਕਿਆ ਤਪ, ਤਪ ਹੁਣ ਕਿਸੇ ਤਰੀਕੇ ਦਾ ਕਰ। ਜੇ ਯੋਗ ਮਤ ਦੇ ਵਿੱਚ ਤਪ ਕਰਨਾ, ਇੱਕ ਲੱਤ ਤੇ ਖੜੇ ਹੋਣਾ, ਪੁੱਠੇ ਲਟਕਣਾ, ਇਦਾਂ ਦੇ ਤਪ ਹੈ, ਤਾਂ ਫਿਰ ਸਾਡੇ ਭਾਈ ਜਿਹੜੇ ਨੇ ਉਹ ਵੀ ਦੱਸ ਦਿੰਦੇ ਨੇ ਕਿ ਸੇਵਾ ਤਪ ਹੈ, ਜਿੰਨੀ ਮਰਜ਼ੀ ਕਰ ਲੈ। ਫਿਰ ਇਸ ਤਰੀਕੇ ਨਾਲ ਕਹਿੰਦੇ ਸੇਵਾ ਤਪ ਹੈ। ਹੁਣ ਤੇਰੇ ਹਿਰਦੇ ਵਿੱਚ ਕੋਈ ਸਵਾਰਥ ਹੋਰ ਹੈ, ਚਾਹੇ ਸ਼ੌਹਰਤ ਦਾ ਹੋਵੇ, ਚਾਹੇ ਵੱਡਾ ਦੱਸਣ ਦਾ ਹੋਵੇ, ਚਾਹੇ ਕੋਈ ਆਪਣਾ ਕਿਸੇ ਤਰੀਕੇ ਦਾ ਸਵਾਰਥ ਹੋਵੇ, ਤਾਂ ਇਹਦਾ ਮਤਲਬ ਹੈ ਤੇਰੀ ਭਾਵੇਂ ਕਿਸੇ ਤਰ੍ਹਾਂ ਦਾ ਵੀ ਤਪ ਹੋਵੇ, ਤੂੰ ਨਾਮ ਉਹਨੂੰ ਜੋ ਮਰਜ਼ੀ ਦੇ, ਤਾਂ ਇਹਦਾ ਮਤਲਬ ਹੈ ਕਿ ਤੇਰਾ ਕਿਸੇ ਤਰੀਕੇ ਦਾ ਤਪ ਕਿਸੇ ਕੰਮ ਨਹੀਂ। ਕਿਆ ਵਰਤ ਪੂਜਾ, ਕੀ ਵਰਤ ਦਾ ਫਾਇਦਾ, ਕੀ ਐਸੀ ਪੂਜਾ ਦਾ ਫਾਇਦਾ? ਕਿਹੜੇ ਵਰਤ ਦੀ ਗੱਲ ਕਰਦਾ ਤੂੰ, ਕਿਹੜੀ ਪੂਜਾ ਦੀ ਗੱਲ ਕਰਦਾ ਹੈ? ਕਿਉਂਕਿ ਰਿਐਲਿਟੀ ਤੋਂ ਤੂੰ ਦੂਰ ਲੈ ਕੇ ਜਾ ਰਿਹਾ, ਸੱਚ ਤੋਂ ਤੂੰ ਦੂਰ ਲੈ ਕੇ ਜਾ ਰਿਹਾ। ਦੁਨੀਆ ਦਾ ਦਿਮਾਗ ਖੋਲਣਾ ਨਹੀਂ ਚਾਹੁੰਦਾ, ਤੂੰ ਸੋਚਦਾ ਦੁਨੀਆ ਦੇ ਦਿਮਾਗ ਬੰਦ ਰਹਿਣ। ਇਹ ਪੁਜਾਰੀ ਸੋਚਦਾ ਹੈ ਦੁਨੀਆ ਦਾ ਦਿਮਾਗ, ਲੋਕਾਂ ਦਾ ਦਿਮਾਗ ਬੰਦ ਰਹੇ ਤੇ ਰਾਹ ਮੈਂ ਦੱਸਦਾ ਰਹਾ। ਰੇ ਜਨ ਮਨ ਮਾਧੋ ਸਿਉ ਲਾਈਐ, ਹੇ ਭਾਈ ਮਨ ਨੂੰ ਮਾਧੋ ਨਾਲ ਜੋੜ, ਹਿਰਦੇ ਦੇ ਵਿੱਚ ਕਪਟ ਨਾ ਰੱਖ। ਮੁਖ ਚੋਂ ਜੋ ਤੂੰ ਕਹਿ ਰਿਹਾ ਹੈ ਤੈਨੂੰ ਉਹਦੇ ਤੇ ਵਿਸ਼ਵਾਸ ਨਹੀਂ ਹੈ। ਦੇਖੋ ਕਪਟ ਕੀ ਹੈ, ਜੋ ਤੂੰ ਦੱਸਦਾ ਹੈ ਉਹਦੇ ਤੇ ਤੈਨੂੰ ਵਿਸ਼ਵਾਸ ਨਹੀਂ ਹੈ। ਐਗਜ਼ਾਮਪਲ ਦੇ ਤੌਰ ਤੇ ਦੇਖ ਲਓ, ਕੋਈ ਵੀ ਪੰਡਤ, ਕੋਈ ਵੀ ਕਾਜੀ, ਕੋਈ ਵੀ ਸੰਤ ਮਹਾਂਪੁਰਖ ਪਾਠੀ, ਉਹ ਸਾਰੇ ਇੱਕ ਗੱਲ ਕਹਿੰਦੇ ਆ ਕਿ ਜਿਹੜਾ ਸਾਡੇ ਵਾਲਾ ਪਾਠ ਹੈ, ਚਾਹੇ ਉਹ ਗੀਤਾ ਦਾ ਹੋਵੇ, ਵੇਦਾਂ ਦਾ ਹੋਵੇ, ਕੁਰਾਨ ਦਾ ਹੋਵੇ, ਜਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੋਵੇ, ਉਹ ਕਹਿੰਦੇ ਕਿ ਇਹਦੇ ਨਾਲ ਰੋਗ ਠੀਕ ਹੁੰਦੇ ਆ। ਤੇ ਜੇ ਇਹ ਉਹਨਾਂ ਨੂੰ ਇਹ ਤੇ ਵਿਸ਼ਵਾਸ ਹੀ ਹੁੰਦਾ ਤਾਂ ਫਿਰ ਉਹਨਾਂ ਨੂੰ ਦਵਾਈਆਂ ਲੈਣ ਦੀ, ਡਾਕਟਰਾਂ ਕੋਲੇ ਜਾਣ ਦੀ ਲੋੜ ਨਾ ਪੈਂਦੀ, ਫਿਰ ਦੁਨੀਆ ਤੇ ਹਸਪਤਾਲ ਬਣਾਉਣ ਦੀ ਲੋੜ ਨਾ ਪੈਂਦੀ। ਜੇ ਉਹਨਾਂ ਨੂੰ ਆਪਣੇ ਤੀਰਥਾਂ ਤੇ, ਸਰੋਵਰਾਂ ਆਦਿਕ ਤੇ ਵਿਸ਼ਵਾਸ ਹੈ, ਦੂਜਿਆਂ ਨੂੰ ਤਾਂ ਕਹਿੰਦੇ ਕਿ ਤੇ ਵਿਸ਼ਵਾਸ ਕਰੋ ਇਹਦੇ ਨਾਲ ਰੋਗ ਠੀਕ ਹੋਣਗੇ, ਤਾਂ ਫਿਰ ਹਸਪਤਾਲਾਂ ਦੀ ਲੋੜ ਨਾ ਪੈਂਦੀ। ਤੈਨੂੰ ਆਪ ਨੂੰ ਕਿਸੇ ਗੱਲ ਤੇ ਵਿਸ਼ਵਾਸ ਨਹੀਂ ਹੈ, ਬਸ ਤੂੰ ਲੋਕਾਂ ਨੂੰ ਕਹਿ ਰਿਹਾ ਕਿ ਬਸ ਇਹਨਾਂ ਚੀਜ਼ਾਂ ਤੇ ਵਿਸ਼ਵਾਸ ਕਰੋ। ਰੇ ਜਨ ਮਨ ਮਾਧੋ ਸਿਉ ਲਾਈਐ, ਇਹ ਤੇਰੇ ਕਪਟ ਹੈ। ਮਨ ਨੂੰ ਜੋੜ ਉਸ ਮਾਧੋ ਨਾਲ ਜਿਹੜਾ ਰਮਿਆ ਹੋਇਆ ਹੈ, ਜਿਹੜਾ ਨਿਯਮਾਂ ਦੇ ਰੂਪ ਵਿੱਚ ਹੈ। ਜੇ ਕੁਦਰਤੀ ਨਿਯਮਾਂ ਨੂੰ ਮੰਨਿਆ ਜਾਵੇ ਤੇ ਨਿਯਮਾਂ ਮੁਤਾਬਕ ਚੱਲਣਾ ਹੀ ਰੱਬ ਦੇ ਹੁਕਮ ਵਿੱਚ ਚੱਲਣਾ ਹੈ। ਪਰ ਹਰ ਲੋਭ ਅਰ ਲੋਕਾਚਾਰ, ਪਰ ਇਹਦੇ ਲਈ ਕੀ ਕਰਨਾ ਪਵੇਗਾ? ਸੱਚ ਦੇ ਰਾਹ ਤੇ ਚੱਲਣ ਲਈ ਬਹੁਤ ਕੁਝ ਛੱਡਣਾ ਪੈਣਾ, ਤੈਨੂੰ ਲੋਭ ਛੱਡਣਾ ਪੈਣਾ। ਇਸ ਲੋਭ ਦੇ ਕਾਰਨ ਤੇ ਤੂੰ ਦੁਕਾਨਦਾਰੀ ਧਰਮ ਦੇ ਨਾਂ ਤੇ ਬਣਾ ਕੇ ਬੈਠਾ ਹੈ, ਇਹ ਤੈਨੂੰ ਛੱਡਣਾ ਪੈਣਾ। ਲੋਭ ਤਿਆਗਣਾ ਪੈਣਾ, ਸਵਾਰਥ ਆਪਣਾ ਜਿਹੜਾ ਉਹ ਤਿਆਗਣਾ ਪੈਣਾ। ਕਹਿਣ ਲੱਗੇ ਪਰ ਹਰ ਲੋਭ ਅਰ ਲੋਕਾਚਾਰ, ਇੱਕ ਲੋਕਾਂ ਦਾ ਚਾਰ ਆ, ਜਿਹੜਾ ਲੋਕਾਂ ਨੂੰ ਖੁਸ਼ ਕਰਨ ਦੀ ਜਿਹੜੀ ਬਿਰਤੀ ਹੈ ਉਹ ਤਿਆਗਣੀ ਪੈਣੀ। ਲੋਕਾਂ ਤੋਂ ਪੂਜਾ ਕਰਵਾਉਣੀ ਹੈ ਤੇ ਲੋਕਾਂ ਨੂੰ ਖੁਸ਼ ਕਰਨਾ ਪੈਣਾ, ਜਿਵੇਂ ਲੋਕ ਚਾਹੁੰਦੇ ਉਵੇਂ ਕਰਨਾ ਪੈਣਾ। ਕਿਉਂਕਿ ਸਾਡਾ ਆਲਾ ਦੁਆਲਾ ਧਾਰਮਿਕ ਹੈ, ਸਾਡੇ ਆਲੇ ਦੁਆਲੇ ਉਹ ਬੰਦਿਆਂ ਦੀ ਸਿਫਤ ਹੁੰਦੀ ਆ ਜਿਹੜੇ ਬੰਦੇ ਧਾਰਮਿਕ ਬੀਬੇ ਬਣ ਕੇ ਬੈਠਦੇ ਆ, ਜਿਹੜੇ ਬੰਦੇ ਧਰਮ ਦਾ ਚੋਲਾ ਪਾ ਕੇ, ਜਿਵੇਂ ਆਮ ਬੰਦਾ ਕੋਈ ਕਿਤੇ ਧੱਕਾ ਕਿਸੇ ਨਾਲ ਕਰਦਾ ਹੈ ਤੇ ਉਹਨੂੰ ਧੱਕਾਸ਼ਾਹੀ ਜਾਂ ਗੁੰਡਾਗਰਦੀ ਕਿਹਾ ਜਾਂਦਾ ਹੈ। ਪਰ ਜੇ ਉਹੀ ਧਰਮ ਦੇ ਨਾਂ ਤੇ ਕੀਤੀ ਜਾਵੇ, ਕਿਸੇ ਵੀ ਧਰਮ ਦੇ ਵਿੱਚ, ਕਿਸੇ ਵੀ ਮਜ਼ਹਬ ਦੇ ਵਿੱਚ ਹੋਵੇ, ਤਾਂ ਉਹਨੂੰ ਯੋਧਾ ਤੇ ਸੂਰਮਾ ਕਿਹਾ ਜਾਂਦਾ ਹੈ। ਆਮ ਲੋਕਾਂ ਦੇ ਵਿੱਚ ਜਦੋਂ ਗੱਲ ਕਿਸੇ ਨੂੰ ਨਸ਼ੇ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਉਹ ਨਸ਼ੇੜੀ, ਅਮਲੀ ਵੱਜਦਾ ਹੈ। ਪਰ ਜੇ ਉਹੀ ਬੰਦਾ ਕੋਈ ਧਾਰਮਿਕ ਬਾਣਾ ਪਾ ਕੇ, ਚਾਹੇ ਉਹ ਭੰਗ ਪੀਵੇ, ਚਾਹੇ ਸ਼ਿਵ ਜੀ ਦਾ ਭਗਤ ਬਣ ਸਕਦਾ ਹੈ, ਕੋਈ ਗੁਰੂ ਦਾ ਪਿਆਰਾ, ਕੋਈ ਲਾਡਲੀ ਫੌਜ ਬਣ ਜਾਂਦੀ ਹੈ। ਉੱਥੇ ਆ ਕੇ ਸਾਰਾ ਜਿਹੜਾ ਨਸ਼ਾ ਹੈ ਉਹ ਵੀ ਪ੍ਰਮੋਟ ਕੀਤਾ ਜਾਂਦਾ ਹੈ ਤੇ ਲੋਕਾਂ ਦੇ ਵਿੱਚ ਚੰਗਾ ਚੰਗਾ ਖਵਾਇਆ ਜਾਂਦਾ ਹੈ। ਇਸੇ ਤਰ੍ਹਾਂ ਸਾਡੇ ਆਲੇ ਦੁਆਲੇ ਜਿਹੜਾ ਧਾਰਮਿਕ ਆਡੰਬਰ ਹੈ
ਉਹ ਇੰਨਾ ਜ਼ਿਆਦਾ ਹੈ ਕਿ ਲੋਕ ਕੋਈ ਵੀ ਹੋਵੇ, ਕਿੰਨਾ ਬੁਰੇ ਤੋਂ ਬੁਰਾ ਕੰਮ ਜੇ ਧਰਮ ਦੇ ਨਾਂ ਤੇ ਕੀਤਾ ਜਾ ਰਿਹਾ ਤਾਂ ਉਹਨੂੰ ਜਸਟੀਫਾਈ ਨਹੀਂ ਕਰਨਾ ਪੈਂਦਾ, ਉਹਨੂੰ ਜਾਇਜ਼ ਹੀ ਠਹਿਰਾ ਦਿੱਤਾ ਜਾਂਦਾ ਹੈ। ਹੁਣ ਲੋਕ ਖੁਸ਼ ਕਰਨ ਨਾਲ ਹੋਣਗੇ ਜੇ ਤੁਸੀਂ ਧਾਰਮਿਕ ਬਾਣਾ ਪਾ ਕੇ ਫਿਰ ਕੋਈ ਵੀ ਗਲਤ ਕੰਮ ਕਰੋਗੇ। ਤੇ ਲੋਕਾਂ ਨੂੰ ਖੁਸ਼ ਕਰਨਾ ਬੜਾ ਸੌਖਾ ਹੈ ਜੇ ਤੁਸੀਂ ਧਰਮ ਦਾ ਬਾਣਾ ਪਾ ਲਓਗੇ, ਜੇ ਤੁਸੀਂ ਧਾਰਮਿਕ ਦਿਖਣ ਲੱਗ ਜਾਓਗੇ। ਧਾਰਮਿਕ ਹੋਣਾ ਜ਼ਰੂਰੀ ਨਹੀਂ, ਧਾਰਮਿਕ ਦਿਖਣਾ ਤੁਹਾਡੇ ਲਈ ਜ਼ਰੂਰੀ ਹੈ, ਤਾਂ ਫਿਰ ਲੋਕ ਖੁਸ਼ ਹੋਣਗੇ। ਪਰ ਇਹ ਚੀਜ਼ ਛੱਡਣੀ ਪੈਣੀ ਹੈ, ਇੱਥੇ ਦੁਨੀਆ ਦੀ ਵਿਰੋਧਤਾ ਕਰਨੀ ਪੈਣੀ ਹੈ। ਤੁਹਾਨੂੰ ਕਹਿਣਾ ਪੈਣਾ ਕਿ ਅਸਲ ਵਿੱਚ ਗੁੰਡਾ ਹੀ ਹੁੰਦਾ ਹੈ, ਚਾਹੇ ਉਹ ਆਮ ਦੁਨੀਆ ਵਿੱਚ ਕਿਸੇ ਨਾਲ ਧੱਕਾ ਕਰਦਾ ਹੋਵੇ, ਚਾਹੇ ਉਹ ਧਾਰਮਿਕ ਬਾਣਾ ਪਾ ਕੇ ਕਿਸੇ ਨਾਲ ਧੱਕਾ ਕਰਦਾ ਹੋਵੇ। ਗੁੰਡੇ ਨੂੰ ਗੁੰਡਾ ਕਹਿਣਾ ਪੈਣਾ। ਇੱਥੇ ਫਿਰ ਲੋਕਾਂ ਨੇ ਵਿਰੋਧ ਵੀ ਕਰਨਾ ਹੈ। ਆਮ ਗੁੰਡੇ ਨੂੰ ਗੁੰਡਾ ਕਹੋ, ਕੋਈ ਵਿਰੋਧ ਨਹੀਂ ਕਰੇਗਾ। ਜੇ ਧਾਰਮਿਕ ਬਾਣਾ ਪਾਏ ਬੰਦੇ ਨੂੰ ਗੁੰਡਾ ਕਹਿ ਦੋਗੇ ਤਾਂ ਲੋਕ ਵਿਰੋਧ ਕਰਨਗੇ। ਇੱਥੇ ਦੁਨੀਆ ਦੀ ਹਰ ਚੀਜ਼ ਨੂੰ ਜ਼ਰਨਾ ਪੈਣਾ। ਕਬੀਰ ਜੀ ਨੂੰ ਅੱਜ ਅਸੀਂ ਭਾਵੇਂ ਉਹਨਾਂ ਦੇ ਨਾਮ ਤੇ ਉਹਨਾਂ ਨੂੰ ਨਤਮਸਤਕ ਹੁੰਦੇ ਰਹੀਏ, ਪਰ ਜਦੋਂ ਕਬੀਰ ਜੀ ਇਹ ਸ਼ਬਦ ਕਹਿੰਦੇ ਸੀ ਤਾਂ ਕਿਸੇ ਪੰਡਤਾਂ ਨੇ ਉਹਨਾਂ ਨੂੰ ਬਖਸ਼ਿਆ ਨਹੀਂ। ਭਗਤ ਨਾਮਦੇਵ ਜੀ ਨੂੰ ਕਿਸੇ ਨੇ ਬਖਸ਼ਿਆ ਨਹੀਂ, ਭਗਤ ਰਵਿਦਾਸ ਨੂੰ ਕਿਸੇ ਨੇ ਬਖਸ਼ਿਆ ਨਹੀਂ। ਅੱਜ ਉਹਨਾਂ ਦੀ ਪੂਜਾ ਉਹਨਾਂ ਦੇ ਨਾਂ ਤੇ ਹੋ ਰਹੀ ਹੈ, ਕਿਉਂਕਿ ਉਹ ਹੈ ਨਹੀਂ। ਅੱਜ ਉਹਨਾਂ ਨੂੰ ਮੂਰਤੀ ਬਣਾ ਕੇ ਰੱਖਿਆ ਗਿਆ ਹੈ। ਜਿੱਦਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹੋਈ ਸੀ ਤਾਂ ਉਹਦੇ ਗੁਰੂ ਅਰਜਨ ਸਾਹਿਬ ਨੂੰ ਤਤੀ ਤਵੀ ਤੇ ਬੈਠਣਾ ਪਿਆ ਸੀ। ਉਹਦੇ ਗੁਰੂ ਗ੍ਰੰਥ ਸਾਹਿਬ ਨੂੰ ਕਿਸੇ ਨੇ ਜ਼ਰਿਆ ਨਹੀਂ, ਉਹਦੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸੀਸ ਲਹਾਉਣਾ ਪਿਆ ਸੀ। ਉਹਦੇ ਗੁਰੂ ਗੋਬਿੰਦ ਸਿੰਘ ਨੂੰ ਬੱਚੇ ਨੀਹਾਂ 'ਚ ਚੜਾਉਣੇ ਪਏ ਸੀ। ਅੱਜ ਉਹਨਾਂ ਦੀ ਹੀ ਬਾਣੀ ਰੱਖ ਕੇ ਸਾਹਮਣੇ ਤੇ ਪੂਜਾ ਕੀਤੀ ਜਾ ਰਹੀ ਹੈ। ਅੱਜ ਕੋਈ ਕੁਛ ਨਹੀਂ ਕਹਿੰਦਾ, ਕਿਉਂਕਿ ਅੱਜ ਰਸਤਾ ਉਹ ਨਹੀਂ ਅਪਣਾਇਆ ਗਿਆ, ਸਿਰਫ ਪੂਜਾ ਕੀਤੀ ਗਈ ਹੈ। ਤੇ ਲੋਕ ਖੁਸ਼ ਹੁੰਦੇ ਆ ਜੀ ਪੂਜਾ ਦੇ ਅਡੰਬਰ ਨਾਲ, ਕਿਉਂਕਿ ਸਾਰਿਆਂ ਦੇ ਦਿਮਾਗ ਏਦਾਂ ਦੇ ਨੇ। ਸਾਰੇ ਹੀ ਸੋਚਦੇ ਨੇ ਕਿ ਆ ਪੂਜਾ ਆਦਿ ਕਰਨੇ ਚੰਗੇ ਕੰਮ ਹੈ, ਕਿਉਂਕਿ ਲੋਕਾਂ ਨੂੰ ਗੁੰਮਰਾਹ ਕੀਤਾ ਹੋਇਆ ਹੈ। ਇਹ ਚੀਜ਼ ਵਾਸਤੇ ਲੋਕਾਂ ਦਾ ਵਿਰੋਧ ਕਰਨਾ ਪੈਣਾ ਤੇ ਲੋਕਾਚਾਰ ਛੱਡਣਾ ਪੈਣਾ। ਪਰ ਹਰ ਲੋਭ ਅਰ ਲੋਕਾਚਾਰ, ਪਰ ਹਰ ਕਾਮ ਕ੍ਰੋਧ ਅਹੰਕਾਰ। ਹੁਣ ਤੁਸੀਂ ਦੇਖੋ, ਦੁਨੀਆ ਦੇ ਵਿੱਚ ਕਿਤੇ ਵੀ ਕੋਈ ਕਿਸੇ ਔਰਤ ਨਾਲ ਧੱਕਾ ਕਰਦਾ ਤਾਂ ਉਹ ਬਲਾਤਕਾਰੀ ਖਵਾਉਂਦਾ ਹੈ, ਰੇਪਿਸਟ ਖਵਾਉਂਦਾ ਹੈ, ਸਜ਼ਾਏ ਮਿਲਦੀ ਹੈ। ਪਰ ਜੇ ਧਾਰਮਿਕ ਸਥਾਨ ਤੇ ਆ ਕੇ ਬਹੁਤ ਸਾਰੀਆਂ ਬੱਚੀਆਂ ਨੂੰ ਦੇਵਦਾਸੀਆਂ ਬਣਾ ਕੇ ਮੰਦਰਾਂ ਵਿੱਚ ਛੱਡਿਆ ਗਿਆ, ਲੋਕਾਂ ਨੇ ਕੁਛ ਨਹੀਂ ਕਿਹਾ। ਬਹੁਤ ਥਾਂ ਤੇ ਧਰਮ ਦੇ ਥਾਂ ਤੇ ਜਾ ਕੇ ਉਹੀ ਕਾਮ ਜਸਟੀਫਾਈ ਕਰਤਾ ਜਾਂਦਾ ਹੈ। ਉਵੇਂ 4 ਵਿਆਹ ਮਾੜੇ ਹੈ, ਪਰ ਜੇ ਧਰਮ ਦੇ ਵਿੱਚ ਆ ਗਏ ਤਾਂ 4 ਵਿਆਹ ਜਾਇਜ਼ ਦੱਸੇ ਜਾਂਦੇ ਆ ਕਿ ਸਾਡੇ ਧਰਮ ਦੀ ਤਾਂ ਇਹੀ ਮਰਿਆਦਾ ਹੈ। ਇੱਥੇ ਔਰਤ ਨੂੰ ਕਿਸੇ ਤਰੀਕੇ ਨਾਲ ਵੀ ਗੁਲਾਮ ਬਣਾਇਆ ਜਾ ਸਕਦਾ ਹੈ। ਪਰ ਹਰ ਕਾਮ ਕ੍ਰੋਧ। ਹੁਣ ਦੇਖੋ, ਜੇ ਉਵੇਂ ਔਰਤ ਨੂੰ ਕੋਈ ਆਮ ਬੰਦਾ ਗਲਤ ਕਹਿ ਦੇਵੇ ਤਾਂ ਕੇਸ ਦਰਜ ਹੋ ਸਕਦਾ ਹੈ, ਪਰ ਧਰਮ ਦੀ ਦੁਨੀਆ ਵਿੱਚ ਆ ਕੇ ਪੈਰ ਦੀ ਜੁੱਤੀ ਕਹਿ ਦੇਵੇ, ਧਰਮ ਦੀ ਦੁਨੀਆ ਵਿੱਚ ਆ ਕੇ ਕਹਿ ਦੇਵੇ ਕਿ ਔਰਤ ਝੂਠੀ ਹੈ, ਕੁਝ ਦਿਨਾਂ ਦੇ ਲਈ ਔਰਤ ਅਪਵਿੱਤਰ ਹੈ, ਇੰਨੀ ਮੰਦੀ ਸ਼ਬਦਾਵਲੀ ਉਹਦੇ ਲਈ ਵਰਤ ਦਿੱਤੀ ਜਾਵੇ ਤਾਂ ਉਹਨੂੰ ਵੀ ਜਾਇਜ਼ ਠਹਿਰਾ ਦਿੱਤਾ ਜਾਂਦਾ ਹੈ। ਇਸ ਸਾਰੇ ਸਿਸਟਮ ਨੂੰ ਤੈਨੂੰ ਤਿਆਗਣਾ ਪੈਣਾ। ਪਰ ਹਰ ਕਾਮ ਕ੍ਰੋਧ ਹੰਕਾਰ, ਜਿਹੜਾ ਕ੍ਰੋਧ ਹੈ, ਹੰਕਾਰ ਹੈ, ਇਹ ਵੀ ਤਿਆਗਣਾ ਪੈਣਾ। ਇਹ ਸਾਰਾ ਕੁਝ ਛੱਡਣਾ ਪੈਣਾ ਹੈ। ਕਰਮ ਕਰਤ ਵਧੇ ਅਹਮੇਵ, ਕਹਿਣ ਲੱਗੇ ਜਿੰਨੇ ਧਾਰਮਿਕ ਕਰਮ ਕਰਦੇ ਨੇ ਉਹਦੇ ਨਾਲ ਹੰਕਾਰ ਜਾਂਦਾ ਨਹੀਂ, ਬਲਕਿ ਹੰਕਾਰ ਵਿੱਚ ਬੰਦੇ ਹੋਰ ਵੱਜਦੇ ਆ। ਮੈਂ ਇੰਨਾ ਤਪ ਕਰਨ ਵਾਲਾ ਤਪਸੀ ਹਾਂ, ਮੈਂ ਇੰਨਾ ਜਪ ਕਰਨ ਵਾਲਾ ਜਪੀ ਹਾਂ, ਤਪੀ ਹਾਂ, ਮੈਂ ਬਹੁਤ ਸਾਰੇ ਪੂਜਾ ਪਾਠ ਕੀਤੇ ਨੇ, ਮਹਾਗਿਆਨੀ ਹਾਂ, ਮੈਂ ਮਰਿਆਦਾ ਦੇ ਵਿੱਚ ਬੱਝਾ ਹੋਇਆ, ਮੈਂ ਇੰਨੀਆਂ ਮਰਿਆਦਾ ਅਪਣਾਉਣਾ। ਹੰਕਾਰ ਵੱਧਦਾ ਹੈ। ਮਿਲ ਪਾਥਰ ਕੀ ਕਰ ਹੀ ਸੇਵ। ਪਰ ਅਸਲ ਦੇ ਵਿੱਚ ਇਹ ਸਾਰੇ ਦੇ ਸਾਰੇ ਲੋਕ ਪੱਥਰ ਦੀ ਸੇਵਾ ਵੀ ਕਰਦੇ ਹੈ, ਕਿਉਂਕਿ ਇੱਥੇ ਸੰਬੋਧਨ ਜ਼ਿਆਦਾਤਰ ਉਸ ਵੇਲੇ ਬ੍ਰਾਹਮਣ ਮਤ ਦਾ ਪ੍ਰਭਾਵ ਸੀ, ਪੰਡਤ ਦੇ ਮਤ ਦਾ ਪ੍ਰਭਾਵ ਸੀ। ਕਬੀਰ ਜੀ ਨੇ ਜਦੋਂ ਸ਼ਬਦ ਉਚਾਰਿਆ, ਉਹ ਕਹਿਣ ਲੱਗੇ ਪਰ ਮਿਲ ਕੇ ਸਿਰਫ ਪੱਥਰ ਦੀ ਹੀ ਸੇਵਾ ਕਰ ਰਹੇ ਆ। ਪੱਥਰ ਪੱਥਰ ਹੀ ਹੁੰਦਾ ਹੈ। ਜੇ ਨਾਲੀ ਤੇ ਪਿਆ ਹੋਇਆ ਪੱਥਰ ਵੀ ਪੱਥਰ ਹੈ ਤਾਂ ਮੰਦਿਰ ਵਿੱਚ ਖੜਾ ਕਰ ਦਿੱਤਾ ਜਾਵੇ ਸਜਾ ਕੇ ਤਾਂ ਰਹਿਣਾ ਪੱਥਰ ਹੀ ਹੈ, ਸਜਾਵਟ ਹੋ ਸਕਦੀ ਹੈ। ਪੱਥਰ ਦੀ ਸਜਾਵਟ ਕਿਸੇ ਘਰ ਦੇ ਬਨੇਰੇ ਤੇ ਲਾ ਕੇ ਵੀ ਕੀਤੀ ਜਾ ਸਕਦੀ ਹੈ, ਉੱਥੇ ਪੱਥਰ ਖਵਾਉਂਦਾ ਹੈ। ਪਰ ਜੇ ਮੰਦਿਰ ਵਿੱਚ ਰੱਖ ਦਿੱਤਾ ਜਾਵੇ ਸਜਾਵਟ ਕਰਕੇ ਤਾਂ ਉੱਥੇ ਭਗਵਾਨ ਬਣਦਾ ਹੈ। ਪਰ
ਕਹਿੰਦੇ ਕਿ ਉਹ ਵੀ ਪੱਥਰ ਹੈ ਤੇ ਉਹ ਵੀ ਪੱਥਰ ਹੈ। ਜੇ ਇਹ ਭਗਵਾਨ ਆ ਤਾਂ ਫਿਰ ਉਹ ਵੀ ਭਗਵਾਨ ਹੈ। ਜੇ ਇਹ ਦੇਵ ਤਾਂ ਉਹ ਵੀ ਦੇਵ ਆ। ਜੇ ਇਹ ਦੇਵ ਹੈ ਤੇ ਫਿਰ ਉਹ ਵੀ ਦੇਵਤਾ ਹੈ। ਹੁਣ ਪੱਥਰ ਦੇ ਲਈ ਸ਼ਬਦ ਆਇਆ ਕਿਉਂਕਿ ਉਦੋਂ ਪੱਥਰਾਂ ਦੀ ਪੂਜਾ ਹੁੰਦੀ ਸੀ। ਸਾਡੇ ਗੁਰੂ ਪਾਤਸ਼ਾਹ ਨੇ ਕਿਹਾ ਕਿ ਪੱਥਰ ਦੀ ਸੇਵਾ ਨਹੀਂ ਕਰਨੀ। ਅਸੀਂ ਗਿਆਨ ਦੇ ਪੁਜਾਰੀ ਹਾਂ। ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਅਕਲ ਗਿਆਨ ਹਾਸਲ ਕਰਨੀ ਹੈ। ਇਹ ਗਿਆਨ ਲੈ ਕੇ ਜ਼ਿੰਦਗੀ ਦੇ ਵਿੱਚ ਅਪਣਾਉਣਾ ਹੈ। ਪਰ ਸਾਡੇ ਵਾਲਿਆਂ ਨੇ ਕੀ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਸ਼ੁਰੂ ਕਰ ਦਿੱਤੀ। ਜੇ ਉਹ ਪੱਥਰ ਦੀ ਸੇਵਾ ਕਰਦੇ ਸੀ, ਪੱਥਰ ਦੀ ਪੂਜਾ ਕੀਤੀ ਜਾ ਰਹੀ ਸੀ, ਪੱਥਰ ਨੂੰ ਭੋਗ ਲਵਾਏ ਜਾ ਰਹੇ ਸੀ, ਤਾਂ ਇੱਥੇ ਗੁਰੂ ਗ੍ਰੰਥ ਸਾਹਿਬ ਨੂੰ ਭੋਗ ਲਵਾਏ ਗਏ। ਹੁਣ ਜਿਹੜੇ ਥੋੜੇ ਆਪਣੇ ਆਪ ਨੂੰ ਜਾਗਰੂਕ ਸਿਆਣੇ ਅਖਵਾਉਂਦੇ ਸੀ, ਜਿਹੜੇ ਕਹਿੰਦੇ ਸੀ ਕਿ ਅਸੀਂ ਸਿਆਣੇ ਹਾਂ, ਜਿਨ੍ਹਾਂ ਨੇ ਰੱਜ ਕੇ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਨੂੰ ਤਾਂ ਗਲਤ ਕਹਿ ਦਿੱਤਾ, ਪਰ ਆਪ ਖੁਦ ਪੁਜਾਰੀ ਹੀ ਬਣ ਗਏ। ਉਹਨਾਂ ਨੇ ਕੀ ਕੀਤਾ, ਉਹ ਕਹਿਣ ਲੱਗੇ ਕਿ ਜਿਹੜੀ ਕੜਾਹ ਪ੍ਰਸ਼ਾਦ ਹੈ ਇਹਨੂੰ ਭੋਗ ਲਾਉਣਾ ਹੈ, ਤਾਂ ਉਹਨਾਂ ਨੇ ਸ਼ਬਦ ਭੋਗ ਹਟਾ ਦਿੱਤਾ, ਪ੍ਰਵਾਨ ਸ਼ਬਦ ਦਰਜ ਕਰ ਦਿੱਤਾ ਉੱਥੇ। ਕਹਿੰਦੇ ਕਿ ਭੋਗ ਕਹਿਣਾ ਗੁਨਾਹ ਹੈ। ਐਂ ਕਹਿਣਾ ਗੁਨਾਹ ਹੈ ਕਿ ਗੁਰੂ ਸਾਹਿਬ ਜੀ ਤੁਹਾਨੂੰ ਭੋਗ ਲੱਗੇ। ਭੋਗ ਤੇ ਕਹਿੰਦੇ ਪੱਥਰ ਨੂੰ ਲੱਗਦਾ ਹੈ, ਅਸੀਂ ਤੇ ਕਹਾਂਗੇ ਪ੍ਰਵਾਨ। ਕੰਮ ਉਹੀਓ ਕੀਤਾ ਹੈ ਪਰ ਸ਼ਬਦ ਬਦਲ ਦਿੱਤਾ ਹੈ। ਸ਼ਬਦ ਭੋਗ ਦੀ ਜਗ੍ਹਾ ਤੇ ਪ੍ਰਵਾਨ ਕਹਿ ਦਿੱਤਾ, ਪਰ ਲਾਇਆ ਉਸੇ ਤਰ੍ਹਾਂ ਹੀ ਜਾਂਦਾ ਹੈ ਜਿਵੇਂ ਭੋਗ ਲਾਇਆ ਜਾਂਦਾ ਸੀ। ਹੁਣ ਇੱਕ ਨੇ ਤੇ ਅਰਦਾਸ ਕਰਦਿਆਂ ਕਰਦਿਆਂ ਵਿੱਚ ਕਿਰਪਾਨ ਲਾ ਦਿੱਤੀ ਸੀ ਕਿ ਗੁਰੂ ਸਾਹਿਬ ਵਿੱਚ ਛਕਣ ਲੱਗ ਪਏ। ਦੂਜੇ ਨੇ ਕੀ ਕੀਤਾ, ਕਹਿਣ ਲੱਗੇ ਵਿੱਚ ਭੋਗ ਵਿੱਚ ਕਿਰਪਾਨ ਫੇਰਨੀ ਤੇ ਗਲਤ ਹੈ। ਤੇ ਉਹਨੇ ਕੀ ਕੀਤਾ, ਹੁਕਮਨਾਮਾ ਕਰਨ ਤੋਂ ਆਉਣ ਤੋਂ ਬਾਅਦ ਕਿਆ ਹੁਕਮਨਾਮਾ ਆ ਗਿਆ, ਹੁਣ ਗੁਰੂ ਸਾਹਿਬ ਜੀ ਨੂੰ ਪ੍ਰਵਾਨ ਕਰਵਾ ਦੇਣੀ ਹੈ। ਫਿਰ ਹੀ ਉੱਥੇ ਵੀ ਕਿਰਪਾਨ ਸਮਝਦੇ, ਉੱਥੇ ਵੀ ਇਸੇ ਤਰ੍ਹਾਂ ਹੀ ਹੈ ਕਿ ਹੁਣ ਗੁਰੂ ਸਾਹਿਬ ਖਾ ਰਹੇ ਨੇ। ਉਸ ਤੋਂ ਬਾਅਦ ਪੰਜ ਪਿਆਰਿਆਂ ਦੇ ਨਾਂ ਦੇ ਗੱਫੇ ਦੀ ਜੇ ਤਾਂ ਰੀਤ ਬਣਾਈ ਗਈ। ਕਈ ਤਰ੍ਹਾਂ ਦੇ ਐਸੇ ਕਰਮਕਾਂਡ ਜਿਹੜੇ ਹੈ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਬਣਦਾ, ਸਾਡੇ ਪੰਥ ਵਿੱਚ ਅੱਜ ਵੀ ਪ੍ਰਚਲਿਤ ਹੈ। ਅਸਲ ਦੇ ਵਿੱਚ ਕੜਾਹ ਪ੍ਰਸ਼ਾਦ ਕੋਈ ਕਿਸੇ ਨੂੰ ਖਵਾਉਣ ਦੇ ਲਈ ਗੁਰੂ ਵਾਸਤੇ ਇੱਦਾਂ ਨਹੀਂ ਸੀ ਜਿੱਦਾਂ ਦਾ ਅੱਜ ਮਾਹੌਲ ਹੈ। ਕੜਾਹ ਪ੍ਰਸ਼ਾਦ ਜਿਹੜਾ ਹੈ ਅਸਲ ਵਿੱਚ ਲੰਗਰ ਵਿੱਚ ਵਰਤਣ ਵਾਲੀ ਚੀਜ਼ ਹੈ, ਸੰਗਤ ਦੇ ਖਾਣ ਵਾਲੀ ਚੀਜ਼ ਹੈ। ਅਕਸਰ ਹੀ ਸਾਡੇ ਇੱਕ ਰਿਵਾਜ ਪ੍ਰਚਲਿਤ ਸਾਡੀ ਰੀਤ ਇਹ ਰਹੀ ਆ ਕਿ ਜਦੋਂ ਕੋਈ ਮਹਿਮਾਨ ਜਾਂ ਕੋਈ ਬਾਹਰੋਂ ਆਵੇ ਤੇ ਸਾਡੇ ਘਰਾਂ ਵਿੱਚ ਮਿੱਠਾ ਬਣਦਾ ਹੈ। ਅੱਜ ਅਸੀਂ ਕਈ ਤਰ੍ਹਾਂ ਦੇ ਪਕਵਾਨ ਬਣਾ ਲੈਂਦੇ ਹਾਂ, ਪਰ ਉਦੋਂ ਸਭ ਤੋਂ ਉੱਤਮ ਮਿੱਠਾ ਜਿਹੜਾ ਉਹ ਕੜਾਹ ਹੁੰਦਾ ਸੀ, ਜਿਹੜਾ ਮਿੱਠਾ ਪਾ ਕੇ, ਆਟਾ ਪਾ ਕੇ, ਘਿਓ ਪਾ ਕੇ, ਅਦਰਕ ਪਾ ਕੇ ਬਣਾਇਆ ਜਾਂਦਾ, ਜਿਹੜਾ ਅੱਜ ਖਾਧਾ ਜਾਂਦਾ ਹੈ। ਇਹ ਜਿਹੜਾ ਸੀ ਇਹ ਮਹਿਮਾਨ ਆਏ ਤੋਂ ਮਿੱਠਾ ਬਣਾਇਆ ਜਾਂਦਾ ਸੀ। ਇਸੇ ਤਰ੍ਹਾਂ ਗੁਰਦੁਆਰਿਆਂ ਦੇ ਵਿੱਚ ਵੀ ਇਹ ਮਿੱਠਾ ਬਣਨ ਲੱਗਿਆ। ਨਾਲ ਇਹਦਾ ਫਾਇਦਾ ਇਹ ਸੀ ਕਿ ਇਹਨੂੰ ਖਾਣ ਲਈ ਬਰਤਨਾਂ ਦੀ ਲੋੜ ਨਹੀਂ ਸੀ। ਸਿੰਘ ਜੰਗਲਾਂ ਵਿੱਚ ਰਹਿੰਦੇ ਸੀ ਤਾਂ ਉਦੋਂ ਹੋਰ ਕੁਛ ਨਾ ਤਿਆਰ ਹੁੰਦਾ ਤਾਂ ਇਹ ਸਭ ਤੋਂ ਜਲਦੀ ਭੋਜਨ ਤਿਆਰ ਹੋ ਜਾਂਦਾ ਸੀ। ਇਹਨੂੰ ਬਣਾਉਣ ਵਾਸਤੇ ਵੀ ਬਹੁਤੇ ਬਰਤਨਾਂ ਦੀ ਲੋੜ ਨਹੀਂ ਪੈਂਦੀ ਤੇ ਇਹਨੂੰ ਖਾਣ ਲਈ ਵੀ ਬਰਤਨਾਂ ਦੀ ਲੋੜ ਨਹੀਂ ਪੈਂਦੀ। ਹੋਰ ਹਰ ਇੱਕ ਭੋਜਨ ਨੂੰ ਖਾਣ ਵਾਸਤੇ ਲੋੜ ਪਊਗੀ। ਜਦੋਂ ਕਿਤੇ ਮੁਸੀਬਤ ਦਾ ਵੇਲਾ ਹੁੰਦਾ ਤਾਂ ਇਹ ਬਣਾ ਕੇ ਜਲਦੀ ਜਲਦੀ ਖਾ ਲਿਆ ਜਾਂਦਾ। ਹੌਲੀ ਹੌਲੀ ਇਹ ਰੀਤ ਪ੍ਰਚਲਿਤ ਕਰਕੇ ਇੱਕ ਇਹ ਢੰਗ ਬਣਾ ਲਿਆ ਗਿਆ ਕਿ ਹੁਣ ਇਹ ਗੁਰਦੁਆਰੇ ਦੇ ਵਿੱਚ ਇੱਦਾਂ ਵਰਤੂਗਾ ਤੇ ਉਸ ਤੋਂ ਬਾਅਦ ਫਿਰ ਇੱਦਾਂ ਇਹਨੂੰ ਭੋਗ ਵੀ ਲਾਇਆ ਜਾਂਦਾ ਹੈ। ਜਦੋਂ ਭੋਗ ਲਾਉਣ ਲੱਗ ਪਏ ਤੇ ਦੂਜਿਆਂ ਨੇ ਕਹਿਤਾ ਕਿ ਨਹੀਂ ਪ੍ਰਵਾਨ ਕਹਿਣਾ, ਭੋਗ ਨਹੀਂ ਕਹਿਣਾ। ਗੱਲ ਬਰਾਬਰ ਹੀ ਹੈ, ਸ਼ਬਦ ਜੋ ਮਰਜ਼ੀ ਵਰਤ ਲਈਏ। ਯਾਨੀ ਚਤੁਰਭੁਜ ਸ਼ਬਦ ਵੀ ਕਬੀਰ ਜੀ ਨੇ ਕਹਿ ਦਿੱਤਾ, ਮਾਧੋ ਸ਼ਬਦ ਵੀ ਕਹਿ ਦਿੱਤਾ, ਰਘੁਰਾਇਆ ਸ਼ਬਦ ਵੀ ਕਹਿ ਦਿੱਤਾ। ਇਹ ਸਾਰੇ ਸ਼ਬਦ ਭਾਵੇਂ ਦੇਵੀ ਦੇਵਤਿਆਂ ਨਾਲ ਜੁੜਦੇ ਸੀ, ਪਰ ਉਹਨਾਂ ਦਾ ਧਿਆਨ ਇੱਥੇ ਦੇਵੀ ਦੇਵਤਿਆਂ ਵੱਲ ਨਹੀਂ। ਉਹਨਾਂ ਦਾ ਸੰਬੋਧਨ ਉਸ ਪਰਿਪੂਰਨ ਨੂੰ ਹੈ ਜਿਹੜਾ ਕਣ ਕਣ ਦੇ ਵਿੱਚ ਵਸਦਾ ਹੈ, ਕਿਸੇ ਦੇਵਤੇ ਵੱਲ ਨਹੀਂ। ਸ਼ਬਦ ਜੋ ਮਰਜ਼ੀ ਹੋਵੇ। ਇਸੇ ਤਰ੍ਹਾਂ ਜੇ ਅਸੀਂ ਸ਼ਬਦ ਕੋਈ ਵੀ ਵਰਤ ਲਈਏ ਪਰ ਸਾਡਾ ਸੰਬੋਧਨ ਕਰਨ ਦਾ ਢੰਗ ਜਿਹੜਾ ਹੈ ਇਹ ਪਰਿਪੂਰਨ ਵੱਲ ਹੋਵੇ, ਰਮੇ ਹੋਏ ਵਿੱਚ ਹੋਵੇ, ਨਿਯਮ ਤੇ ਕੁਦਰਤ ਦੇ ਵਿੱਚ ਵਸਦੇ ਪਰਮਾਤਮਾ ਵੱਲ ਹੋਵੇ, ਤਾਂ ਫਿਰ ਅਸੀਂ ਉੱਥੇ ਸ਼ਬਦ ਜੋ ਮਰਜ਼ੀ ਵਰਤ ਲਈਏ। ਤੇ ਜੇ ਧਿਆਨ ਉਸੇ ਤਰ੍ਹਾਂ ਭੋਗ ਲਵਾਉਣ ਵਿੱਚ ਹੀ ਹੈ ਤੇ ਸ਼ਬਦ ਭਾਵੇਂ ਭੋਗ ਵਰਤ ਲਈਏ, ਚਾਹੇ ਪ੍ਰਵਾਨ ਵਰਤ ਲਈਏ, ਚਾਹੇ ਕਿਰਪਾਨ ਭੇਟ ਪਹਿਲਾਂ ਕਰ ਦਈਏ, ਚਾਹੇ ਬਾਅਦ ਵਿੱਚ ਕਰ ਦਈਏ, ਗੱਲ ਬਰਾਬਰ ਹੈ। ਇੱਥੇ ਵੀ
ਚਾਹੇ ਪੱਥਰ ਦੀ ਪੂਜਾ ਕਰ ਲਈਏ, ਜੇ ਪੂਜਾ ਦਾ ਕਨਸੈਪਟ ਹੈ, ਜੇ ਮੂਰਤੀ ਦੀ ਪੂਜਾ ਉੱਦਾਂ ਕਰਨੀ ਹੈ, ਤੇ ਚਾਹੇ ਹੁਣ ਗ੍ਰੰਥ ਦੀ ਕਰ ਲਈਏ, ਗੱਲ ਬਰਾਬਰ ਹੈ, ਫਰਕ ਕੋਈ ਨਹੀਂ ਹੈ। ਬਸ ਮੂਰਤੀ ਦੀ ਜਗ੍ਹਾ ਤੇ ਗ੍ਰੰਥ ਅੱਗੇ ਰੱਖਿਆ ਗਿਆ। ਨਹੀਂ ਤੇ ਗ੍ਰੰਥ ਪੜ੍ਹਨ ਦੇ ਲਈ ਹੁੰਦਾ ਹੈ, ਗਿਆਨ ਹਾਸਲ ਕਰਨ ਦੇ ਲਈ ਹੁੰਦਾ ਹੈ, ਸਮਝਣ ਦੇ ਲਈ ਹੁੰਦਾ, ਅਕਲ ਲੈਣ ਦੇ ਲਈ ਹੁੰਦਾ ਹੈ। ਇਹ ਗਿਆਨ, ਗੁਰੂ ਗ੍ਰੰਥ, ਇਹ ਗਿਆਨ ਦਾ ਪ੍ਰਤੀਕ ਸੀ ਕਿ ਅਸੀਂ ਗਿਆਨ ਨੂੰ ਗੁਰੂ ਮੰਨਦੇ ਹਾਂ, ਅਕਲ ਵਾਲੇ ਹਾਂ, ਗਿਆਨ ਵਾਲੇ ਹਾਂ, ਸਮਝ ਵਾਲੇ ਹਾਂ। ਪਰ ਇੱਥੇ ਸੇਵਾ ਸ਼ੁਰੂ ਕਰ ਦਿੱਤੀ, ਪੂਜਾ ਸ਼ੁਰੂ ਕਰ ਦਿੱਤੀ, ਗੋਲਕ ਰੱਖ ਕੇ ਮੱਥੇ ਟਿਕਾਏ ਗਏ। ਗੁਰੂ ਗ੍ਰੰਥ ਦੇ ਨਾਂ ਤੇ ਬੜੀਆਂ ਵੱਡੀਆਂ ਬਿਲਡਿੰਗਾਂ ਬਣਾਈਆਂ ਗਈਆਂ। ਬਹੁਤ ਸਾਰੀ ਇਸ ਤਰ੍ਹਾਂ ਦੀ ਪੂਜਾ ਸਿਸਟਮ ਸ਼ੁਰੂ ਹੋ ਗਿਆ। ਤੇ ਜਿੱਥੇ ਮੰਦਰ ਇੱਕ ਦੁਕਾਨਦਾਰੀ ਸੀ, ਜਿੱਥੇ ਮਸੀਤ ਇੱਕ ਦੁਕਾਨਦਾਰੀ ਸੀ, ਉਦੋਂ ਵੀ ਵੱਡੀ ਦੁਕਾਨਦਾਰੀ ਇੱਕ ਗੁਰਦੁਆਰਾ ਬਣਾ ਕੇ ਦੁਨੀਆ ਦੇ ਸਾਹਮਣੇ ਰੱਖ ਦਿੱਤੀ। ਇਸ ਤੇ ਹੋਰ ਵੀ ਬਹੁਤ ਖੁੱਲੇ ਵਿਚਾਰ ਹੋ ਸਕਦੇ ਨੇ। ਅੱਗੇ ਕਹਿੰਦੇ, ਕਹੋ ਕਬੀਰ ਭਗਤ ਕਰ ਪਾਇਆ। ਅੱਗੇ ਕਹਿੰਦੇ ਕਿ ਭਗਤੀ ਦੇ ਨਾਲ ਮਿਲਣਾ ਹੈ। ਹੁਣ ਭਗਤੀ ਦਾ ਮਤਲਬ ਕੀ ਹੈ? ਭਗਤੀ ਦਾ ਮਤਲਬ ਵੀ ਸਾਰਿਆਂ ਨੇ ਆਪੋ ਆਪਣਾ ਬਣਾ ਰੱਖਿਆ। ਹੁਣ ਕੋਈ ਭਗਤੀ ਇਸ ਤਰ੍ਹਾਂ ਦੀ ਵੀ ਸਮਝਦਾ ਸੀ ਪੂਜਾ ਅਰਚਨਾ ਆਦਿ ਕਰਨੀ, ਤੇ ਉਹਦੀ ਜਗ੍ਹਾ ਤੇ ਜਿਹੜੇ ਸਾਡੇ ਸਿਆਣੇ ਸੀ ਉਹਨਾਂ ਨੇ ਕਹਿਤਾ ਕਿ ਇੱਕ ਸ਼ਬਦ ਨੂੰ ਵਾਰ-ਵਾਰ ਰਟੀ ਜਾਣਾ। ਜਿੱਥੇ ਉਹ ਸ਼ਬਦ ਰਟਦੇ ਸੀ ਕਹਿਣ ਲੱਗੇ ਰਾਮ ਰਾਮ, ਦੂਜੇ ਕਹਿੰਦੇ ਸੀ ਅੱਲਾਹੂ ਅੱਲਾਹੂ, ਕੋਈ ਪ੍ਰਭੂ ਕੋਈ ਪਰਮੇਸ਼ਰ ਜਪ ਰਿਹਾ ਸੀ ਵਾਰ-ਵਾਰ, ਤਾਂ ਉੱਥੇ ਕਿਹਾ ਕਿ ਨਹੀਂ ਹੁਣ ਵਾਹਿਗੁਰੂ 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 ਜਪਣਾ। ਯਾਨੀ ਸ਼ਬਦ ਬਦਲ ਦਿੱਤਾ, ਭਾਵਨਾ ਉਹੀ ਹੈ। ਇਸੇ ਤਰ੍ਹਾਂ ਕੋਈ ਕਹਿੰਦਾ ਸੀ ਵੇਦਾਂ ਦੇ ਮੰਤਰ ਉਚਾਰਨੇ ਆ, ਪੁਰਾਣਾਂ ਦੇ ਮੰਤਰ ਆਦਿਕ ਉਚਾਰਨੇ ਆ। ਕੋਈ ਕਹਿੰਦਾ ਸੀ ਨਮਾਜ਼, ਯਾਨੀ ਕੁਰਾਨ ਦੀਆਂ ਗੱਲਾਂ ਵਾਰ-ਵਾਰ, ਕੁਰਾਨ ਪੜ੍ਹਨਾ ਹੈ, ਨਮਾਜ਼ ਪੜ੍ਹਨੀ ਹੈ। ਯਾਨੀ ਗੱਲ ਉਹਨਾਂ ਦੀ ਸੇਮ ਸੀ, ਬਸ ਸ਼ਬਦਾਂ ਦਾ ਫਰਕ ਸੀ। ਅੱਜ ਇੱਥੇ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਮੰਤਰਾਂ ਦੀ ਤਰ੍ਹਾਂ ਹੀ ਗਾਇਆ ਜਾਂਦਾ ਹੈ, ਮੰਤਰਾਂ ਦੀ ਤਰ੍ਹਾਂ ਹੀ ਪੜ੍ਹਿਆ ਜਾਂਦਾ ਹੈ, ਮੰਤਰਾਂ ਦੀ ਤਰ੍ਹਾਂ ਹੀ ਸੋਚ ਕੇ। ਜਿਵੇਂ ਕਿਹਾ ਜਾਂਦਾ ਹੈ, ਤੁਸੀਂ ਨਿਤਨੇਮ ਨਾ ਛੱਡੋ, ਨਾਨਕ ਤੁਹਾਡੀ ਬਾਂਹ ਨਹੀਂ ਛੱਡੇਗਾ। ਇਸ ਕਰਕੇ ਨਿਤਨੇਮ ਦੇ ਰੱਟੇ ਲਾਏ ਗਏ, ਬਹੁਤ ਤਰ੍ਹਾਂ ਦੇ ਉਹ ਕਰਮ ਕੀਤੇ ਗਏ, ਬਸ ਸ਼ਬਦ ਬਦਲ ਗਏ ਹੈ। ਵੇਦਾਂ ਦੀ ਬਾਣੀ ਦੇ ਥਾਂ ਤੇ ਗੁਰੂ ਗ੍ਰੰਥ ਦੀ ਬਾਣੀ ਆ ਗਈ, ਕੁਰਾਨ ਦੇ ਥਾਂ ਤੇ ਗੁਰੂ ਗ੍ਰੰਥ ਦੀ ਬਾਣੀ ਆ ਗਈ। ਭਾਵਨਾ ਸੇਮ ਹੈ, ਬਸ ਸ਼ਬਦ ਬਦਲੇ ਹੈ, ਸ਼ਕਲਾਂ ਬਦਲੀਆਂ, ਬਾਣੀ ਬਦਲ ਗਏ ਹੈ। ਇਹ ਭਗਤੀ ਦਾ ਰਸਤਾ ਨਹੀਂ। ਅਸਲ ਜੇ ਭਗਤੀ ਦੀ ਗੱਲ ਕਰਨੀ ਆ ਤੇ ਗੁਰੂ ਗ੍ਰੰਥ ਸਾਹਿਬ ਦੇ ਪੂਰੇ ਕਨਸੈਪਟ ਨੂੰ ਸਮਝ ਕੇ ਪਤਾ ਇਹ ਲੱਗਣਾ ਕਿ ਅਸਲ ਵਿੱਚ ਜਿਹੜਾ ਰਮਈਆ ਰਾਮ ਹੈ, ਇਹ ਘੱਟ ਵਿੱਚ ਵਸਦਾ, ਇਹਨੂੰ ਲੱਭਣ ਦੀ ਲੋੜ ਨਹੀਂ। ਨਾਨਕ ਕਾ ਪਾਤਸ਼ਾਹ ਦਿਸੈ ਜ਼ਾਹਰਾ, ਜਿਹੜਾ ਜ਼ਾਹਰ ਹੈ ਬਸ ਉਹਨੂੰ ਅਕਲ ਤੇ ਗਿਆਨ ਦੇ ਨਾਲ ਵੇਖ ਲੈਣਾ ਤੇ ਉਹਦਾ ਹੁਕਮ, ਉਹਦੇ ਹੁਕਮ ਵਿੱਚ ਚੱਲਣਾ। ਤੇ ਉਹਦਾ ਹੁਕਮ ਹੈ ਕੁਦਰਤੀ ਨਿਯਮ, ਲਾਅ ਆਫ ਨੇਚਰ। ਉਹਨੂੰ ਸਮਝ ਕੇ ਨਿਯਮ ਕਿਵੇਂ ਕੰਮ ਕਰਦੇ ਆ, ਉਹਨਾਂ ਨੂੰ ਸਮਝਣਾ, ਉਹਨਾਂ ਨੂੰ ਜਾਣਨਾ, ਉਹਨੇ ਮੁਤਾਬਕ ਜ਼ਿੰਦਗੀ ਨੂੰ ਜਿਉਣਾ। ਇਹ ਹੀ ਅਸਲ ਵਿੱਚ ਉਹਦੀ ਭਗਤੀ ਹੈ। ਭੋਲੇ ਭਾਏ ਮਿਲੇ ਰਘੁਰਾਇਆ, ਕਹਿਣ ਲੱਗੇ ਚਤੁਰਾਈਆਂ ਨਾਲ ਤਾਂ ਨਹੀਂ ਮਿਲਣਾ। ਤੁਸੀਂ ਤਾਂ ਚਤੁਰਾਈਆਂ ਬਣਾ ਲਈਆਂ ਕਿ ਮੈਨੂੰ ਰੱਬ ਇਹ ਦੱਸ ਕੇ ਗਿਆ, ਦੂਜਾ ਕਹਿੰਦਾ ਮੈਨੂੰ ਰੱਬ ਇਹ ਦੱਸ ਕੇ ਗਿਆ, ਮੇਰੇ ਪੀਰ ਨੂੰ ਇਹ ਦੱਸ ਗਿਆ, ਮੇਰੇ ਦੇਵਤੇ ਨੂੰ ਇਹ ਦੱਸ ਗਿਆ, ਮੇਰੇ ਗੁਰੂ ਨੂੰ ਇਹ ਦੱਸ ਗਿਆ, ਇਹ ਪ੍ਰਭੂ ਦਾ ਖਾਸ ਪੁੱਤਰ ਹੈ ਇਹਨੂੰ ਇਹ ਦੱਸ ਗਿਆ। ਇੱਦਾਂ ਦੇ ਨਾਲ ਤੇ ਤੁਹਾਡੀਆਂ ਚਤੁਰਾਈਆਂ। ਜੇ ਉਹ ਦੱਸ ਕੇ ਗਿਆ ਹੁੰਦਾ ਤਾਂ ਉਹਨੇ ਸਾਰਿਆਂ ਨੂੰ ਇੱਕੋ ਰਾਹ ਦੱਸਣਾ ਸੀ, ਪਰ ਉਹਨੇ ਸਾਰਿਆਂ ਨੂੰ ਵੱਖ ਰਾਹ ਦੱਸੇ ਆ। ਤੇ ਇਹਦਾ ਮਤਲਬ ਹੈ ਜਾਂ ਤਾਂ ਉਹ ਠੀਕ ਨਹੀਂ ਜਾਂ ਤੁਸੀਂ ਠੀਕ ਨਹੀਂ। ਜੇ ਉਹ ਠੀਕ ਹੈ ਤਾਂ ਫਿਰ ਤੁਸੀਂ ਠੀਕ ਨਹੀਂ। ਇਹ ਤੁਹਾਡੀਆਂ ਚਤੁਰਾਈਆਂ। ਅਸਲ ਵਿੱਚ ਹੈ ਭੋਲੇ ਭਾਏ। ਭੋਲੇ ਭਾਏ ਦਾ ਭਾਵ ਇਹ ਨਹੀਂ ਕਿ ਬੰਦਾ ਮੂਰਖ ਹੋਵੇ, ਭੋਲੇ ਭਾਅ ਦਾ ਮਤਲਬ ਇਹ ਨਹੀਂ ਕਿ ਸਮਝਦਾਰ ਨਾ ਹੋਵੇ। ਭੋਲੇ ਭਾਵ 'ਚ ਤਾਂ ਦੁਨੀਆ ਇੱਦਾਂ ਸਮਝੀਏ ਤਾਂ ਭੋਲੇ ਲੋਕ ਜਿਹੜੇ ਸਮਝੇ ਜਾਂਦੇ ਆ ਉਹ ਤੇ ਦੁਨੀਆ ਦੇ ਪਿੱਛੇ ਚੱਲੀ ਜਾ ਰਹੀ ਹੈ। ਜਿਵੇਂ ਕਿਸੇ ਨੇ ਕੰਨ ਫੜ ਕੇ ਆਪਣੇ ਪਿੱਛੇ ਲਾ ਲਿਆ ਉਵੇਂ ਚੱਲ ਪਿਆ, ਉਹਨੂੰ ਭੋਲੇ ਭਾਈ ਨੇ ਇੱਥੇ ਕਿਹਾ। ਇੱਥੇ ਭੋਲੇ ਭਾਈ ਕਿਹਾ ਭਾਈ ਚਤੁਰਾਈ ਛੱਡ ਕੇ, ਜਿਹੜਾ ਬਾਹਰੋਂ ਜਿਵੇਂ ਦਿਖਦਾ ਉਵੇਂ ਅੰਦਰੋਂ ਵੀ ਹੋ। ਕਪਟ ਨਾ ਕਰ ਤੂੰ, ਜਿਹੋ ਜਿਹਾ ਬਾਹਰ ਦੁਨੀਆ ਨੂੰ ਨਜ਼ਰ ਆਉਣਾ ਉਹ ਜਿਹਾ ਅੰਦਰੋਂ ਵੀ ਹੋ। ਜੋ ਦੱਸਦਾ ਦੁਨੀਆ ਨੂੰ ਕਰ ਉਹੀ, ਤੇ ਜੋ ਕਰਦਾ ਉਹੀ ਦੁਨੀਆ ਨੂੰ ਦੱਸ। ਤੂੰ ਕਰਦਾ ਕੁਝ ਹੋਰ ਹੈ, ਦੱਸਦਾ ਕੁਝ ਹੋਰ ਹੈ। ਤੇਰੇ ਸਟੇਜ ਦੇ ਬਿਆਨ ਕੁਝ ਹੋਰ ਹੁੰਦੇ ਆ, ਤੇਰੇ ਕਮਰੇ ਦੇ ਵਿੱਚ ਬਿਆਨ ਹੋਰ ਹੁੰਦੇ ਆ। ਤੂੰ ਦੁਨੀਆ ਤੋਂ ਲੁਕਾ ਰਿਹਾ ਸੱਚ ਨੂੰ। ਇਹ ਤੇਰਾ ਭੋਲਾ ਭਾਅ ਨਹੀਂ, ਇਹ ਤੇ ਤੇਰੀ ਚਤੁਰਾਈ ਹੈ, ਇਹ ਤੇ ਤੇਰਾ ਕਪਟ ਹੈ। ਜਿਹੋ ਜਿਹਾ ਹੈ ਉਹੋ ਜਿਹਾ ਸਾਹਮਣੇ ਦਿਖ। ਭੋਲੇ ਭਾਏ ਮਿਲੇ ਰਘੁਰਾਇਆ। ਸੱਚ ਤੇ ਚੱਲਣਾ ਹੈ, ਸੱਚ ਤੇ ਚੱਲਣ ਨਾਲ ਹੀ ਉਹ ਪਰਮੇਸ਼ਵਰ ਦਿਖਣ ਲੱਗੇਗਾ, ਜਿਹਨੂੰ ਤੁਸੀਂ ਘੱਟ ਵਿੱਚ ਵਸਦਾ ਸਮਝਦੇ ਹੋ। ਹਰ ਥਾਂ ਤੇ ਇੱਕੋ ਜਿਹਾ ਹੀ ਹੈ, ਹਰ ਥਾਂ ਤੇ ਇੱਕੋ ਜਿਹਾ ਹੈ। ਉਹ ਹੈ ਹੀ ਮਿਲਿਆ ਹੋਇਆ, ਬਸ ਸਾਡੀ ਵੇਖਣ ਵਾਲੀ ਅੱਖ ਨਹੀਂ। ਰੱਬ ਤਾਂ ਸਾਡੇ ਤੋਂ ਕੋਈ ਵੱਖ ਨਹੀਂ।
ਉਹ ਤੇ ਨਾਨਕ ਸੇ ਅੱਖੜੀਆਂ ਬਿਆਨ, ਜਿਨੀ ਦਿਸੰਦੋ ਮਾਂ ਪਿਰੀ। ਉਹ ਅੱਖਾਂ ਹੀ ਹੋਰ ਨੇ, ਉਹ ਅੱਖਾਂ ਸਮਝ ਵਾਲੀਆਂ, ਗਿਆਨ ਵਾਲੀਆਂ ਤੇ ਨਿਸ਼ਕਪਟ ਹੋਣੀਆਂ ਚਾਹੀਦੀਆਂ ਨੇ, ਉਹਨਾਂ ਵਿੱਚ ਕਪਟ ਨਹੀਂ ਹੋਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ